ਕਰਨ ਜਾ ਰਿਹਾ ਸਾਡੇ ਪ੍ਰਸਿੱਧ ਪੱਤਰਕਾਰ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਜਿਨ੍ਹਾਂ ਤੋਂ ਮੈਂ ਬੜਾ ਕੁਝ ਸਿੱਖਦਾ, ਸਤਪਾਲ ਜੌਹਲ ਸਾਹਿਬ। ਜੌਹਲ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ ਬਾਬ ਜੀ, ਬਹੁਤ ਬਹੁਤ ਮਿਹਰਬਾਨੀ। ਸਾਰੇ ਸਰੋਤਿਆਂ ਨੂੰ ਵੀ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੌਹਲ ਸਾਹਿਬ। ਮੈਨੂੰ ਤਾਂ ਬੜਾ ਸੌਖਾ ਹੋ ਜਾਂਦਾ ਕਿ ਖਬਰਾਂ ਸਾਰੀਆਂ ਤੁਸੀਂ ਸਾਨੂੰ ਭੇਜਦੇ ਹੋ ਤੇ ਮੇਰੇ ਵਾਸਤੇ, ਮੇਰੇ ਇੱਕ ਸਧਾਰਨ ਬੰਦੇ ਵਾਸਤੇ ਰੇਡੀਓ ਟੀਵੀ ਕਰਨਾ ਬੜਾ ਸੌਖਾ ਹੋ ਗਿਆ ਕਿ ਮੈਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਬਾਬੂ ਜੀ, ਪਹਿਲੀ ਗੱਲ ਤਾਂ ਚਲੋ ਮਿਹਰਬਾਨੀ ਤੁਹਾਡੀ ਨਿਮਰਤਾ ਕਿ ਤੁਸੀਂ ਆਪਣੇ ਨੂੰ ਸਧਾਰਨ ਬੰਦਾ ਕਹਿੰਦੇ ਹੋ, ਪਰ ਤੁਸੀਂ ਹੋ ਸਧਾਰਨ ਨਹੀਂ। ਤੁਸੀਂ ਇੰਨੇ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਐਕਟਿਵ ਹੋ, ਕਮਿਊਨਿਟੀ ਦੇ ਵਿੱਚ ਰੇਡੀਓ ਮੀਡੀਆ ਦੇ ਰਾਹੀਂ, ਤੁਸੀਂ ਫਿਰ ਉਸ ਤੋਂ ਬਾਅਦ ਟੈਲੀਵਿਜ਼ਨ ਦੇ ਰਾਹੀਂ ਤੇ ਹੋਰ ਆਪਣੀਆਂ ਵੱਖ-ਵੱਖ ਸੇਵਾਵਾਂ ਦੇ ਰਾਹੀਂ ਸ਼ਖਸੀਅਤ ਪੱਖੋਂ ਜੀ ਸਾਡੇ ਲਈ ਬੜੇ ਸਤਿਕਾਰਯੋਗ ਹੋ, ਬੜੇ ਵੱਡੇ ਹੋ। ਸੋ ਇਹ ਤੁਹਾਡੀ ਨਿਮਰਤਾ ਹੈ ਕਿ ਤੁਸੀਂ ਆਪਣੇ ਆਪ ਨੂੰ ਸਧਾਰਨ ਵਿਅਕਤੀ ਕਹਿ ਰਹੇ ਹੋ। ਤੇ ਦੂਸਰਾ ਇਹ ਜੀ ਵੀ ਮੈਂ ਸਮਝਦਾ ਇਸ ਸਮਾਜ ਦੇ ਵਿੱਚ ਰਹਿੰਦਿਆਂ ਚਲੋ ਆਪ ਆਪਣਾ ਫਰਜ਼ ਹਰ ਵਿਅਕਤੀ ਅਦਾ ਕਰ ਰਿਹਾ ਤੇ ਇਹ ਮਿਸ਼ਨ ਮੈਂ ਵੀ ਆਪਣੇ ਚਿੱਤੋਂ ਮਹਿਸੂਸ ਕਰਦਾ ਸੀ ਕਿ ਕਮਿਊਨਿਟੀ ਜਦੋਂ ਆਪਾਂ ਨਵੇਂ ਆਏ ਸੀ ਵੀ ਇਨਫੋਰਮੇਸ਼ਨ ਦੀ ਘਾਟ ਕਰਕੇ ਕਾਫੀ ਲੋਕ ਮਿਸਗਾਈਡ ਹੋ ਜਾਂਦੇ ਆ ਤੇ ਕ੍ਰਾਈਮ ਜਿਹੜੇ ਛੋਟੇ ਵੀ ਹੁੰਦੇ ਸੀਗੇ ਕਈ ਵਾਰੀ ਵੀ ਉਹ ਇਨਫੋਰਮੇਸ਼ਨ ਨਾ ਹੋਣ ਕਰਕੇ ਲੋਕ ਜਿਹੜੇ ਭਟਕ ਜਾਂਦੇ ਸੀ। ਤੇ ਫਿਰ ਇਹ ਆ ਜੀ ਵੀ ਇਨਫੋਰਮੇਸ਼ਨ ਜਿਹੜੀ ਪ੍ਰੋਪਰ ਕਈ ਵਾਰੀ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਜਿਹੜੇ ਲੋਕ ਪੁਰਾਣੇ ਰਹਿੰਦੇ ਆ ਉਹਨਾਂ ਨੂੰ ਵੀ ਉਹਨਾਂ ਕੀ ਪਤਾ ਹੁੰਦਾ ਸੀਗਾ ਤੇ ਨਵੇਂ ਆਏ ਲੋਕ ਇੱਦਾਂ ਕਾਫੀ ਮਿਸਗਾਈਡ ਹੋ ਜਾਂਦੇ ਸੀਗੇ ਰੋਂਗ ਇਨਫੋਰਮੇਸ਼ਨ ਦੇ ਨਾਲ। ਤੇ ਫਿਰ ਆਪਾਂ ਇਹ ਬੀੜਾ ਚੱਕਿਆ ਸੀਗਾ ਵੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੀ ਇਨਫੋਰਮੇਸ਼ਨ ਢੁਕਵੀਂ ਆ ਨਾ ਵੀ ਇਹ ਕੈਨੇਡਾ ਦੇ ਨਾਲ ਸੰਬੰਧਿਤ, ਪ੍ਰੋਵਿੰਸਸ ਦੇ ਨਾਲ ਸੰਬੰਧਿਤ ਜਾਂ ਫਿਰ ਮਿਊਨਿਸਪਲ ਅਫੇਅਰਸ ਆ ਜਿਹੜੇ ਵੀ ਉਹ ਗਵਰਨਮੈਂਟ ਦੇ ਨਾਲ ਸਿੱਧਾ ਸੰਪਰਕ ਕਰਕੇ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਆ ਉਹ ਇਸ਼ੂਜ਼ ਦੀ ਲੋਕਾਂ ਤੱਕ ਦਿੱਤੀ ਜਾਵੇ। ਤੇ ਜਦੋਂ ਤੋਂ ਫਿਰ ਇਹ ਕੰਮ ਆਪਾਂ ਵਿੱਢਿਆ ਜੀ ਉਦੋਂ ਤੋਂ ਕਮਿਊਨਿਟੀ ਕਾਫੀ, ਤੁਹਾਨੂੰ ਪਤਾ ਵੀ ਮੀਡੀਆ ਨੇ ਵੀ ਤਰੱਕੀ ਕੀਤੀ ਹੈ ਤੇ ਕਮਿਊਨਿਟੀ ਵੀ ਅੱਗੇ ਨਾਲੋਂ ਕਾਫੀ ਹੁਣ ਐਜੂਕੇਟ ਹੋ ਗਈ ਹੈ ਤੇ ਕ੍ਰਾਈਮ ਰੇਟ ਉਦੋਂ ਤੋਂ ਫਿਰ ਥੱਲੇ ਜਾਣ ਲੱਗਾ ਕਿਉਂਕਿ ਇਨਫੋਰਮੇਸ਼ਨ ਦੀ ਸੰਤ ਸਿੰਘ ਜੀ ਮਸਕੀਨ ਆਪਣੇ ਜੀਵਨ 'ਚ ਕਹਿ ਗਏ ਸੀਗੇ ਬਾਬੂ ਜੀ ਵੀ ਚੋਰ ਜਾਂ ਚੋਰਨੀ ਉਹ ਆ ਜਿਹਦਾ ਹੱਥ ਪਵੇ, ਜਿਹਦਾ ਹੱਥ ਵੱਡਾ ਪੈ ਜਾਏ ਉਹ ਵੱਡਾ ਚੋਰ, ਜਿਹਦਾ ਹੱਥ ਛੋਟਾ ਪੈ ਜਾਏ ਉਹ ਛੋਟਾ ਚੋਰ। ਸੋ ਗੱਲ ਜੀਵਨ ਦੇ ਵਿੱਚ ਮੌਕੇ ਦੀ ਆ। ਸੋ ਕੈਨੇਡਾ ਦੀ ਧਰਤੀ ਤੇ ਆ ਕੇ ਕਈ ਵਾਰੀ ਇਹ ਬਹੁਤ ਕੁਝ ਸਮਾਨ ਸਟੋਰਾਂ ਵਗੈਰਾ 'ਚ ਖੁੱਲ੍ਹਾ ਪਿਆ ਹੋਣ ਕਰਕੇ ਬੰਦੇ ਨੂੰ ਲੱਗਦਾ ਸੀਗਾ ਵੀ ਸ਼ਾਇਦ ਵੀ ਜਾਣੀ ਮੈਂ ਜੇ ਲਪੇਟ ਕੇ ਜੇਬ 'ਚ ਪਾ ਲੂੰ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ। ਸੋ ਜਿਸ ਕਰਕੇ ਵੀ ਉਹਨਾਂ ਨੂੰ ਲੇਕਿਨ ਪਤਾ ਨਹੀਂ ਸੀਗਾ ਵੀ ਕ੍ਰਾਈਮ ਪ੍ਰੀਵੈਂਸ਼ਨ ਦੇ ਲਈ ਉਹਨਾਂ ਨੇ ਕੈਮਰੇ ਵੀ ਲਾਏ ਆ ਤੇ ਬੰਦੇ ਬੈਠੇ ਹਰ ਇੱਕ ਨੂੰ ਵਾਚ ਕਰ ਰਹੇ ਆ ਵੀ ਕਿਹਦੀ ਕੀ ਐਕਟੀਵਿਟੀ ਆ ਸਟੋਰਾਂ ਦੇ ਵਿੱਚ। ਸੋ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਜਦੋਂ ਡੀਟੇਲ ਦੇ ਵਿੱਚ ਖੋਲ੍ਹ ਕੇ ਆਪਾਂ ਐਕਸਪਲੇਨ ਕੀਤੀ ਕਮਿਊਨਿਟੀ ਨੂੰ ਤੇ ਹੁਣ ਅਸੀਂ ਕੋਰਟਸ ਦੇ ਵਿੱਚ ਦੇਖਦੇ ਹਾਂ ਕਿ ਨਾਲੋਂ ਸਾਡੀ ਕਮਿਊਨਿਟੀ ਦੀ ਪ੍ਰੈਜ਼ੈਂਸ ਆ ਜਿਹੜੀ ਉਹ ਘਟਦੀ ਜਾ ਰਹੀ ਆ। ਪਹਿਲਾਂ ਅਸੀਂ ਇਹ ਦੇਖਦੇ ਹੁੰਦੇ ਸੀ ਵੀ ਲੋਕ ਲਾਈਨਾਂ ਬਣਾ ਕੇ ਜਿੱਦਾਂ ਉੱਥੇ ਪੰਜਾਬ ਦੇ ਵਿੱਚ ਅਦਾਲਤਾਂ ਦੇ ਵਿੱਚ ਤੁਰੇ ਹੋਏ ਨੇ, ਇੱਥੇ ਵੀ ਪਰਿਵਾਰਾਂ ਦੇ ਪਰਿਵਾਰ ਵਕੀਲਾਂ ਨੇ ਫਾਈਲਾਂ ਫੜੀਆਂ ਹੋਈਆਂ ਨੇ, ਮਗਰ ਡਾਰਾਂ ਬੰਨ੍ਹ ਕੇ ਤੁਰੇ ਹੋਏ ਨੇ, ਕੋਈ ਕਿਸੇ ਦੀ ਜ਼ਮਾਨਤ ਕਰਵਾਉਣ ਜਾ ਰਹੇ ਆ ਜੀ ਤੇ ਕੋਈ ਤਲਾਕ ਹੋ ਰਿਹਾ ਜੀ ਜਾਂ ਵਗੈਰਾ ਵਗੈਰਾ। ਸੋ ਉਹੀ ਸਮੱਸਿਆਵਾਂ ਜਿਨ੍ਹਾਂ ਤੋਂ ਭੱਜ ਕੇ ਆਪਾਂ ਕੈਨੇਡਾ ਆਏ ਸੀ। ਸੋ ਇਨਫੋਰਮੇਸ਼ਨ ਆਪਣਾ ਜਿਹੜਾ ਏਜੰਡਾ ਪ੍ਰਮੁੱਖ ਆਪਾਂ ਰੱਖਿਆ ਤੇ ਉਹਦੇ ਵਿੱਚ ਕਿਸੇ ਹੱਦ ਤੱਕ ਆਪਾਂ ਕਾਮਯਾਬ ਆ। ਇਸ ਪੱਖੋਂ ਆਪਾਂ ਕਮਿਊਨਿਟੀ ਦਾ ਵੀ ਧੰਨਵਾਦ ਕਰਦੇ ਹਾਂ ਜੀ। ਜੌਹਲ ਸਾਹਿਬ, ਜਿੱਥੇ ਤੁਸੀਂ ਗੱਲ ਕੀਤੀ ਹੈ ਜੇ ਸੋਸ਼ਲ ਮੀਡੀਆ ਤੇ ਜਾਂ ਤੁਸੀਂ ਖਬਰਾਂ ਭੇਜਦੇ ਹੋ, ਪਰ ਇੱਕ ਚੀਜ਼ ਇਹ ਹੈ ਕਿ ਫਿਰ ਵੀ ਸਾਡੇ ਫੀਲਡ ਦੇ ਵਿੱਚ ਕੁਝ ਲੋਕ ਜਿਨ੍ਹਾਂ ਦੀ ਮੈਂ ਨਿਖੇਧੀ ਕਰਦਾ ਕਿ ਤੁਸੀਂ ਇੰਨੀ ਮਿਹਨਤ ਕਰਕੇ ਖਬਰਾਂ ਕੱਢ ਕੇ ਪੂਰੀਆਂ ਖਬਰਾਂ ਭੇਜਦੇ ਹੋ ਤਾਂ ਫਿਰ ਜਦੋਂ ਅੱਗੇ ਉਹ ਖਬਰਾਂ ਸ਼ੇਅਰ ਕੀਤੀਆਂ ਜਾਂਦੀਆਂ ਤੇ ਤੁਹਾਡਾ ਨਾਂ ਉੱਥੋਂ ਮਿਟਾ ਦਿੱਤਾ ਜਾਂਦਾ। ਵੈਸੇ ਇਸ ਤਰ੍ਹਾਂ ਜੀ ਵੀ ਚਲੋ ਗੱਲ ਤੇ ਆ ਵੀ ਇਨਫੋਰਮੇਸ਼ਨ ਕਮਿਊਨਿਟੀ ਤੱਕ ਜਾਣੀ ਚਾਹੀਦੀ ਹੈ ਤੇ ਜੇ ਕਿਸੇ ਭੈਣ ਭਰਾ ਨੂੰ ਇੱਦਾਂ ਕਰਨਾ ਅੱਛਾ ਲੱਗਦਾ ਚਲੋ ਉਹਦਾ ਧੰਨਵਾਦ। ਪਰ ਇਨ ਜਨਰਲ ਮਤਲਬ ਲੀਗਲ ਟਰਮਸ ਦੇ ਵਿੱਚ ਜਿਹੜਾ ਜੀ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਕ੍ਰਾਈਮ ਹੈ ਕਿਉਂਕਿ ਕੈਨੇਡਾ ਦਾ ਜਿਹੜਾ ਜੀ ਇੱਥੇ ਬਾਬੂ ਜੀ ਕਾਪੀਰਾਈਟ ਐਕਟ ਆ ਉਹ ਬੜਾ ਸਟਰੋਂਗ ਆ ਹੈ ਨਾ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ। ਉਹਨਾਂ ਨੂੰ ਇਹ ਲੱਗਦਾ ਰਹਿੰਦਾ ਵੀ ਜਿਹੜੀ ਸੋਸ਼ਲ ਮੀਡੀਆ ਦੀ ਇਨਫੋਰਮੇਸ਼ਨ ਆ ਵੀ ਇਹ ਅੰਡਰ ਕਾਪੀਰਾਈਟ ਐਕਟ ਆਉਂਦੀ ਨਹੀਂ, ਜਿਹੜਾ ਕਿ ਇੱਕ ਬਹੁਤ ਵੱਡਾ ਭੁਲੇਖਾ ਆ। ਕਿੰਨੇ ਸਾਰੇ ਕੇਸਿਸ ਜਦੋਂ ਕੋਰਟਸ ਦੇ ਵਿੱਚ ਚੱਲਦੇ ਆ ਤੇ ਕੋਰਟ 'ਚ ਜੱਜ ਦੇ ਡਿਸੀਜਨ ਦੇਣ ਤੋਂ ਪਹਿਲਾਂ ਹੀ ਲੋਕ ਮਾਫੀਆਂ ਮੰਗ ਕੇ ਮਤਲਬ ਛੁੱਟ ਕੇ ਭੱਜਦੇ ਆ। ਵਕੀਲਾਂ ਦੇ ਪੈਸੇ ਵੀ ਉਹਨਾਂ ਨੂੰ ਦੇਣੇ ਪੈਂਦੇ ਆ ਤੇ ਜਿਹੜੀ ਵਾਇਓਲੇਸ਼ਨ ਕੀਤੀ ਹੁੰਦੀ ਉਹਦੇ ਜੁਰਮਾਨੇ ਵੀ ਉਹ ਸਹਿਣ ਕਰਦੇ, ਮਤਲਬ ਬਾਅਦ ਦੇ ਵਿੱਚ ਪਛਤਾਉਣਾ ਪੈਂਦਾ। ਸੋ ਇਸ ਕਰਕੇ ਇਹ ਹੈ ਜੀ ਵੀ ਇੱਕ ਤੇ ਅਸੀਂ ਭੈਣ ਭਰਾਵਾਂ ਨੂੰ ਇਹ ਕਾਫੀ ਲੰਬੇ ਸਮੇਂ ਤੋਂ ਦੱਸ ਰਹੇ ਹਾਂ ਵੀ ਸੋਸ਼ਲ ਮੀਡੀਆ ਤੋਂ ਜਦੋਂ ਕੋਈ ਟੈਕਸਟ ਜਿਹੜਾ ਕਾਪੀ ਪੇਸਟ ਐਜ਼ ਇਟ ਇਜ਼ ਕੀਤਾ ਜਾਂਦਾ, ਪਹਿਲੀ ਗੱਲ ਤੇ ਉਹੀ ਕਾਪੀਰਾਈਟ ਦੀ ਉਲੰਘਣਾ ਹੈ ਤੇ ਜੇ ਉਹਦੇ ਵਿੱਚ ਕੋਈ ਕੱਟ ਵੱਢ ਕਰ ਲਈ ਤੇ ਉਹ ਫਿਰ ਕ੍ਰਾਈਮ ਹੋ ਗਿਆ ਆਪਣੇ ਆਪ ਦੇ ਵਿੱਚ। ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇੱਕ ਤੇ ਪਹਿਲਾਂ ਟੈਕਸਟ ਚੋਰੀ ਕਰ ਲਿਆ, ਕਾਪੀ ਪੇਸਟ ਕਰ ਲਿਆ, ਫਿਰ ਉਹਦੇ ਵਿੱਚ ਕੱਟ ਵੱਢ ਕਰਕੇ ਆਪਣਾ ਨਾਂ ਐਡ ਕਰ ਲਿਆ। ਸੋ ਕਿਸੇ ਦੀ ਚੀਜ਼ ਕਹ ਲਓ ਵੀ ਚੋਰੀ ਕਰਕੇ ਜਿੱਦਾਂ ਘਰ ਦੇ ਵਿੱਚ ਲਿਆ ਕੇ ਆਪਣੀ ਬਣਾ ਲਈ, ਉੱਦਾਂ ਹੀ ਉਹ ਕਿਸੇ ਦਾ ਲਿਖਿਆ ਹੋਇਆ ਟੈਕਸਟ ਆ ਜਿਹੜਾ ਜੇ ਕਿਸੇ ਨੇ ਉਹਦੇ ਵਿੱਚ ਮਤਲਬ ਓਰੀਜਨਲ ਰਾਈਟਰ ਦਾ ਨਾਂ ਡਿਲੀਟ ਕਰਕੇ ਆਪਣਾ ਐਡ ਕਰ ਲਿਆ ਤਾਂ ਮਤਲਬ ਉਹਨੇ ਉਹਦਾ ਟੈਕਸਟ ਚੋਰੀ ਕਰ ਲਿਆ। ਸੋ ਇਸ ਕਰਕੇ ਇਹ ਫਿਰ ਜਿਹੜਾ ਓਫੈਂਸ ਹੈ ਬੜਾ
ਸੀਰੀਅਸ ਬਣ ਜਾਂਦਾ ਤੇ ਇਹਦੇ ਕਨਸੀਕੁਐਂਸਸ ਬੜੇ ਸੀਰੀਅਸ ਆ ਇਸ ਦੇਸ਼ ਦੇ ਵਿੱਚ, ਜਿਸ ਕਰਕੇ ਵੀ ਫਿਰ ਜਦੋਂ ਇਹ ਜਿੱਦਾਂ ਤੁਸੀਂ ਦੱਸ ਰਹੇ ਹੋ, ਬਹੁਤ ਸਾਰੇ ਭੈਣ ਭਰਾਵਾਂ ਨੇ ਇਸ ਦੀ ਸ਼ਿਕਾਇਤ ਕੀਤੀ ਵੀ ਇਦਾਂ ਹੋ ਰਿਹਾ ਵੀ ਇਹ ਖਬਰਾਂ ਤੁਹਾਡੀਆਂ ਸਾਨੂੰ 3-4 ਵਾਰੀ ਜਾਣੀ ਇਦਾਂ ਆ ਜਾਂਦੀਆਂ ਵੱਖ-ਵੱਖ ਨਾਵਾਂ ਤੇ, ਇਹ ਕੀ ਹੋ ਰਿਹਾ। ਤੇ ਤਦੇ ਹੀ ਫਿਰ ਕਾਪੀਰਾਈਟ ਦੇ ਹਵਾਲੇ ਦੇ ਨਾਲ ਆਪਾਂ ਜਿਹੜਾ ਜੀ ਵੀ ਟੈਕਸਟ ਹੁਣ ਭੇਜਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਜਿਸ ਕਰਕੇ ਵੀ ਕਾਫੀ ਅੱਗੇ ਨਾਲੋਂ ਇਹ ਕੰਮ ਘਟਿਆ, ਪਰ ਹੌਲੀ-ਹੌਲੀ ਆਸ ਕਰਦੇ ਹਾਂ ਜੀ ਵੀ ਕਮਿਊਨਿਟੀ ਐਜੂਕੇਟ ਹੋ ਜਾਏਗੀ। ਸੋਸ਼ਲ ਮੀਡੀਆ ਇੰਨਾ ਵੱਧ ਗਿਆ ਹੈ ਕਿ ਲੋਕ ਕੁਛ ਤਾਂ ਸਾਰਾ ਦਿਨ ਇਹੀ ਕਿ ਜਿਹੜੀ ਵੀਡੀਓ ਫੇਸਬੁੱਕ ਤੇ ਆਈ ਅੱਗੇ ਸ਼ੇਅਰ ਕਰਤੀ, ਕਮੈਂਟ ਕਰਤੇ, ਤਾਂ ਇਹ ਵੀ ਇੱਕ ਐਵੀਡੈਂਸ ਹੈ ਜਿਹੜਾ ਬੰਦਾ ਸ਼ੇਅਰ ਕਰਦਾ ਜਾਂ ਕਮੈਂਟ ਕਰਦਾ ਉਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਨਾ, ਮੈਂ ਕੀ ਕਰ ਰਿਹਾ। ਦੇਖੋ ਜੀ ਵੀ ਜੇ ਤਾਂ ਕੋਈ ਗਲਤ ਇਨਫੋਰਮੇਸ਼ਨ ਨੂੰ ਸਪਰੈਡ ਕਰ ਰਿਹਾ, ਕੋਈ ਹੇਟ ਸਪਰੈਡ ਕਰ ਰਿਹਾ, ਮਤਲਬ ਜੇ ਤੁਸੀਂ ਪੋਜ਼ਿਟਿਵ ਮੈਸੇਜ ਆ ਜਿਹੜਾ ਅੱਗੇ ਫਾਰਵਰਡ ਕਰ ਰਹੇ ਹੋ ਤੇ ਉਹਦੇ ਵਿੱਚ ਕੋਈ ਅਦਲਾ ਬਦਲੀ ਨਹੀਂ ਕਰ ਰਹੇ ਹਨਾ, ਵੀ ਜਸਟ ਜਿਹੜੀ ਮਤਲਬ ਇਨਫੋਰਮੇਸ਼ਨ ਅੱਗੇ ਸਪਰੈਡ ਕਰਨਾ ਲਾ ਦੇ ਵਿੱਚ ਰੋਂਗ ਨਹੀਂ, ਪਰ ਉਸ ਇਨਫੋਰਮੇਸ਼ਨ ਨੂੰ ਆਪਣੇ ਤਰੀਕੇ ਦੇ ਨਾਲ ਵਧਾ ਚੜਾ ਕੇ ਵਿਗਾੜਨਾ, ਮਤਲਬ ਇੱਕ ਤੇ ਉਹ ਫਿਰ ਵਾਇਓਲੇਸ਼ਨ ਦੀ ਕੈਟਾਗਰੀ ਵਿੱਚ ਆ ਜਾਂਦਾ। ਤੇ ਦੂਸਰਾ ਇਹ ਹੈ ਜੀ ਵੀ ਕੋਈ ਅਫਵਾਹ ਜਿਹੜੀ ਸੋਸ਼ਲ ਮੀਡੀਆ ਤੇ ਹੁਣ ਪਿਛਲੇ ਦਿਨੀ ਕਿਸੇ ਨੇ ਅਫਵਾਹ ਫੈਲਾਤੀ ਜੀ ਵੀ ਅਲਬਰਟਾ ਦੀ ਗਵਰਨਮੈਂਟ ਨੇ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਸਾਹਿਬਜ਼ਾਦਿਆਂ ਦਾ ਜਿਹੜਾ ਜੀਵਨ ਆ ਉਹ ਸ਼ਾਮਲ ਕਰ ਲਿਆ, ਤੇ ਹੁਣ ਕੈਨੇਡਾ ਦੇ ਬੱਚੇ ਸਾਹਿਬਜ਼ਾਦਿਆਂ ਦੀ ਜੀਵਨੀ ਪੜ੍ਹਿਆ ਕਰਨਗੇ ਸਕੂਲਾਂ ਦੇ ਵਿੱਚ। ਜਿਹੜੀ ਕਿ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਇਹ ਰਿਊਮਰ ਅਫਵਾਹ ਫੈਲੀ, ਤੇ ਜਦੋਂ ਅਸੀਂ ਇਹ ਥੋੜਾ ਜਿਹਾ ਡਿਗ ਆਊਟ ਕੀਤਾ ਵੀ ਇਸ ਦੇ ਵਿੱਚ ਤਾਂ ਕੋਈ ਸੱਚਾਈ ਨਹੀਂ ਆ, ਕਿਉਂਕਿ ਕੈਨੇਡਾ ਇੱਕ ਐਸਾ ਮੁਲਕ ਹੈ ਬਾਬੂ ਜੀ ਜਿਹੜਾ ਕਿ ਸਕੂਲਾਂ ਦੇ ਕਰਿਕੂਲਮ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਰਿਲੀਜਨ ਨੂੰ ਨਹੀਂ ਸ਼ਾਮਲ ਕਰਦਾ, ਈਵਨ ਉਹ ਆਪਣੇ ਰਿਲੀਜਨ ਨੂੰ ਨਹੀਂ ਸ਼ਾਮਲ ਕਰਦੀ ਜਿਹੜੇ ਮੈਜੋਰਿਟੀ ਕਮਿਊਨਿਟੀ ਹੈ ਇੱਥੇ। ਸੋ ਸਾਰਿਆਂ ਨੂੰ, ਕਿਉਂਕਿ ਜੇ ਇੱਕ ਕਮਿਊਨਿਟੀ ਦਾ ਤੁਸੀਂ ਸ਼ਾਮਲ ਕਰੋਗੇ ਸਾਰੇ ਕਹਿਣਗੇ ਵੀ ਸਾਡੇ ਵੀ ਕਰੋ ਜੀ, ਸਾਡੇ ਵੀ ਕੌਮਾਂ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਸੋ ਸ਼ਹਾਦਤਾਂ ਨੂੰ ਪ੍ਰਣਾਮ ਹੈ। ਪਰ ਇਹ ਜਿਹੜੀ ਅਫਵਾਹ ਫੈਲਾਈ ਗਈ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਮੌਕੇ ਤੇ ਵੀ ਉਹਨਾਂ ਦੀ ਜੀਵਨੀ ਨੂੰ ਅਲਬਰਟਾ ਦੀ ਸਰਕਾਰ ਨੇ ਕਿਤਾਬਾਂ 'ਚ ਸ਼ਾਮਲ ਕਰ ਲਿਆ ਕਰਿਕੂਲਮ ਦੇ ਵਿੱਚ, ਦੈਟ ਵਾਜ਼ ਰੌਂਗ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਇਸ ਤਰ੍ਹਾਂ ਦੀ ਜਿਹੜੀ ਮਿਸ ਇਨਫੋਰਮੇਸ਼ਨ ਆ ਉਹਦੇ ਨਾਲ ਕਮਿਊਨਿਟੀ ਜਿਹੜੀ ਆ ਜੀ ਵੀ ਉਸ ਨੂੰ ਮਿਸਗਾਈਡ ਨਹੀਂ ਕੀਤਾ ਜਾਣਾ ਚਾਹੀਦਾ, ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਹੋ ਰਿਹਾ ਜੀ। ਜੋ ਸਾਹਿਬ ਸਕਾਈ ਇਮੀਗ੍ਰੇਸ਼ਨ ਤੋਂ ਅਮਰਦੀਪ ਪੁਣੀ ਤੁਹਾਡੇ ਨਾਲ ਗੱਲ ਕਰਨ ਗਿਆ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਪਾਲ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ, ਬਹੁਤ ਮਿਹਰਬਾਨੀ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਜੀ ਸਤਪਾਲ ਜੀ, ਜਦੋਂ ਤੁਸੀਂ ਕੈਨੇਡਾ ਦੀਆਂ ਜਿਹੜੀਆਂ ਨਿਊਜ਼ ਨੇ, ਅਸੀਂ ਤੁਹਾਡੀਆਂ ਜਿਹੜੀਆਂ ਨਿਊਜ਼ ਨੇ ਗਰੁੱਪ ਦੇ ਵਿੱਚ ਜਿਹੜੇ ਤੁਸੀਂ ਸ਼ੇਅਰ ਕਰਦੇ ਹੋ, ਤੁਹਾਡੀਆਂ ਨਿਊਜ਼ ਨੂੰ ਪੜ੍ਹਦੇ ਹਾਂ ਜੀ, ਸੋ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੀ ਇੱਕ ਬੜੀ ਨਿਰਪੱਖ ਜਿਹੜੀ ਨਿਊਜ਼ ਹੁੰਦੀ ਹੈ ਜੀ, ਜਿਹਦੇ ਵਿੱਚ ਹਰੇਕ ਦਾ ਪੱਖ ਦੱਸਿਆ ਜਾਂਦਾ, ਸੋ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਸੋ ਮਚ, ਬਹੁਤ ਮਿਹਰਬਾਨੀ ਅਮਰਦੀਪ ਜੀ, ਇਦਾਂ ਖੁਸ਼ ਰਹੋ। ਹਾਂਜੀ, ਕੋਈ ਸਵਾਲ ਕਰਨਾ ਚਾਹੁੰਦੇ ਹੋ ਅਮਰਦੀਪ ਜੀ? ਬਸ ਜੀ ਧੰਨਵਾਦ ਜੀ, ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ ਜੀ, ਤੁਹਾਡਾ ਵੀ ਧੰਨਵਾਦ। ਜਿੱਦਾਂ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਸਕਾਈ ਇਮੀਗ੍ਰੇਸ਼ਨ ਸਕੀਮ ਨੂੰ ਸਾਥ ਦਿੰਦੇ ਆ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਹੀ ਤੁਸੀਂ ਯਾਦ ਕਰਾਂਗੇ, ਤੁਸੀਂ 2021 ਦੇ ਵਿੱਚ ਵੀ ਸਾਡਾ ਸਾਥ ਦਿਓ ਜੀ। ਸੋ ਇੱਕ ਵਾਰੀ ਮੈਂ ਤੁਹਾਨੂੰ ਬੈਸਟ ਵਿਸ਼ੇਸ ਤੇ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣ ਵਾਸਤੇ। ਅਮਰਦੀਪ ਜੀ, ਜਾਣ ਤੋਂ ਪਹਿਲਾਂ ਇੱਕ ਤੁਹਾਨੂੰ ਅਸੀਂ ਰਿਕੁਐਸਟ ਕਰਨੀ ਚਾਹੁੰਦੇ ਹਾਂ ਅਮਰਦੀਪ ਜੀ। ਹਾਂਜੀ, ਤੁਸੀਂ ਕਿਉਂਕਿ ਪ੍ਰੋਫੈਸ਼ਨਲ ਹੋ, ਤੁਸੀਂ ਕਿਉਂਕਿ ਲੰਬੇ ਸਮੇਂ ਤੋਂ ਐਕਟਿਵ ਹੋ ਕਮਿਊਨਿਟੀ ਦੇ ਵਿੱਚ, ਤੇ ਤੁਸੀਂ ਜਿਹੜੀ ਅਸੀਂ ਤੁਹਾਡੇ ਧਿਆਨ ਦੇ ਵਿੱਚ ਇਹ ਸਮੱਸਿਆ ਲਿਆਉਣ ਲੱਗੇ ਹਾਂ ਵੀ ਇਹਦੇ ਵਿੱਚ ਕੋਈ ਪੋਜ਼ਿਟਿਵ ਇਨਪੁਟ ਪਾ ਸਕਦੇ ਹੋ, ਇਸ ਕਰਕੇ ਬੇਨਤੀ ਇਹ ਆ ਜੀ ਵੀ ਪਿਛਲੇ 3 ਸਾਲਾਂ ਤੋਂ ਇਹ LMIA ਦਾ ਜਿਹੜਾ ਫਰਾਡ ਸਾਡੇ ਕੈਨੇਡਾ ਦੇਸ਼ ਵਿੱਚ ਚੱਲ ਰਿਹਾ, ਜਿਹਨੂੰ ਕਿ ਸਵਰਗ ਰੂਪੀ ਅਸੀਂ ਆ ਕੇ ਇੱਥੇ ਅਪਣਾਇਆ ਸੀ ਵੀ ਵਧੀਆ ਦੇਸ਼ ਆ, ਉਹਨੂੰ ਬੜੇ ਦੁੱਖ ਦੀ ਗੱਲ ਆ ਵੀ ਤੁਹਾਡੀਆਂ ਵੀ ਨਜ਼ਰਾਂ ਦੇ ਸਾਹਮਣੇ ਬਾਹਰੋਂ ਅਸੀਂ ਆਏ ਹੋਏ ਲੋਕ ਜਿਨ੍ਹਾਂ ਨੇ ਆਪਣੇ ਕਾਰੋਬਾਰ ਸਥਾਪਿਤ ਕਰਕੇ ਇਸ ਦੇਸ਼ ਨੂੰ ਇਹ LMIਆਂ ਵੇਚ ਕੇ ਗੰਦਲਾ ਕਰਨਾ ਸ਼ੁਰੂ ਕੀਤਾ ਹੋਇਆ। ਬਹੁਤ ਵੱਡੇ ਪੱਧਰ ਤੇ ਫਰਾਡ ਹੈਗਾ, ਤੁਹਾਨੂੰ ਐਜ਼ ਏ ਪ੍ਰੋਫੈਸ਼ਨਲ ਪਤਾ ਵੀ ਇਹ ਹੋ ਰਿਹਾ ਹੈ ਨਾ। ਆਓ ਫਿਰ ਰਲ ਮਿਲ ਕੇ 2021 ਦੇ ਵਿੱਚ ਜੇ ਅੱਜ ਅਸੀਂ ਚੁੱਪ ਰਹੇ ਨਾ, ਤੇ 50 ਸਾਲਾਂ ਬਾਅਦ ਇਹੀ ਜਿਹੜੀ ਇੱਥੇ ਕਰਪਸ਼ਨ ਐਦਾਂ ਫੈਲ ਰਹੀ ਆ, ਆਉਣ ਵਾਲੀਆਂ ਜਨਰੇਸ਼ਨਸ ਦੇ ਵਿੱਚ ਇਹ ਵਧੇਗੀ ਜੇ ਤੁਸੀਂ ਕੋਈ ਸਟੈਪ ਨਾ ਉਠਾਇਆ, ਜੇ ਚੁੱਪ ਰਹੇ। ਸੋ ਆਓ ਮੇਰੀ ਬੇਨਤੀ ਹੈ ਕਿ ਤੁਸੀਂ ਬੀਇੰਗ ਅ ਪ੍ਰੋਫੈਸ਼ਨਲ ਇਹਦੇ ਤੇ ਚੁੱਪ ਨਾ ਰਹੋ ਆਉਣ ਵਾਲੇ ਸਾਲ 'ਚ। ਸਤਪਾਲ ਜੀ, ਤੁਹਾਡਾ ਬਹੁਤ ਵਧੀਆ ਵੈਲਿਡ ਕੁਐਸਚਨ ਹੈ ਜੀ। ਇਹਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਐਡ ਕਰਨਾ ਚਾਹੂੰਗਾ ਕਿ ਤੁਸੀਂ ਜੇ ਵੇਖੋਗੇ ਜੀ, ਸਰਕਾਰ ਜਿਹੜੀ ਹੈ ਨਾ ਜੀ, ਤੁਸੀਂ ਦੇਖੋ ਵੀ ਜਿਹੜਾ ਇਹਦਾ ਮੰਡੀਕਰਨ ਹੈ, ਮੰਡੀਕਰਨ ਨੂੰ ਰੋਕਣ ਵਾਸਤੇ ਕਿਤੇ ਨਾ ਕਿਤੇ ਸਰਕਾਰ ਵੱਲੋਂ ਇਸ਼ਾਰੇ ਨਜ਼ਰ ਆ ਰਹੇ ਨੇ। ਜਿੱਦਾਂ ਅਸੀਂ ਵੇਖ ਰਹੇ ਹਾਂ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਤੇ ਜਿਹੜੇ ਸਰਕਾਰ ਇਹ ਚਾਹੁੰਦੀ ਹੈ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਏ ਹੋਏ ਨੇ ਉਹ ਇਹਨਾਂ LMIs ਨੂੰ ਨਾ ਲੈਣ, ਇਸ ਕਰਕੇ ਕਿਤੇ ਨਾ ਕਿਤੇ ਇਹ ਇਸ਼ਾਰੇ ਆ ਗਏ ਨੇ ਕਿ ਸਰਕਾਰ ਜਿਹੜੀ ਹੈ, ਜਿਹੜੇ ਉਹ 50 ਪੁਆਇੰਟ ਦੀ LMI ਲੈਣ ਨੂੰ ਇੰਟਰਨੈਸ਼ਨਲ ਸਟੂਡੈਂਟ ਅੱਗੇ ਹੁੰਦੇ ਨੇ, ਉਸ ਚੀਜ਼ ਨੂੰ 50 ਪੁਆਇੰਟ ਦੇ ਹੋਣਗੇ ਉਹ ਅੱਗੇ ਕਿਤੇ ਸਰਕਾਰ ਹੁਣ ਦੇਵੇਗੀ ਬੱਚਿਆਂ ਨੂੰ ਐਕਸਟਰਾ, ਕਿਉਂਕਿ ਉਹ ਇੱਥੇ ਆ ਕੇ ਉਹਨਾਂ ਨੇ ਕੈਨੇਡੀਅਨ ਐਕਸਪੀਰੀਅੰਸ ਤੇ ਕੈਨੇਡੀਅਨ ਐਜੂਕੇਸ਼ਨ ਲਈ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਕਿਤੇ
ਤੁਹਾਡੇ ਜਿਹੜੇ ਯੋਗਦਾਨ ਨੇ ਜੀ, ਤੁਸੀਂ ਕਾਫੀ ਚਿਰ ਤੋਂ ਇਸ ਚੀਜ਼ 'ਚ ਲੱਗੇ ਹੋਏ ਹੋ। ਹੌਲੀ ਹੌਲੀ ਸਰਕਾਰ ਜਿਹੜੀ ਹੈ ਉਹਨਾਂ ਕੰਮਾਂ ਵਾਲੇ ਪਾਸੇ ਜਾ ਰਹੀ ਹੈ ਜੀ। ਬਹੁਤ ਅੱਛੇ। ਦੇਖੋ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ, ਕਿਉਂਕਿ ਆਉਣ ਵਾਲੇ ਵੈਸੇ ਤਾਂ ਪਹਿਲਾਂ ਵੀ ਇਦਾਂ ਸੀ। ਬੀਇੰਗ ਪ੍ਰੋਫੈਸ਼ਨਲ ਤੁਸੀਂ ਜਾਣਦੇ ਹੋ ਵੀ ਜਿਹੜੇ ਬੰਦੇ ਕੋਲ 7 ਬੈਂਡ ਹੈਗੇ ਆ, ਜਿਹੜੇ ਬੰਦੇ ਕੋਲ ਕੈਨੇਡੀਅਨ ਡਿਗਰੀ ਹੈਗੀ ਆ, ਜਿਹੜੇ ਬੰਦੇ ਕੋਲ ਕੈਨੇਡੀਅਨ ਵਰਕ ਐਕਸਪੀਰੀਅੰਸ ਹੈਗਾ, ਉਹਨੂੰ LMIA ਦੀ ਲੋੜ ਹੀ ਨਹੀਂ ਹੈ। ਬਿਲਕੁਲ ਗੱਲ ਸਹੀ ਹੈ ਜੀ। ਸੋ ਸਰਕਾਰ ਜਿਹੜੀ ਹੈ ਨਾ ਜੀ, ਸਰਕਾਰ ਜਿਹੜੀ ਹੈ ਹੁਣ ਜਿੱਦਾਂ ਵੀ ਤੁਸੀਂ ਇਸ ਮੁਲਕ 'ਚ ਜਾਣਦੇ ਹੋ ਵੀ ਇੱਥੇ ਜਿਹੜਾ ਸਰਕਾਰ ਜਿਹੜੀ ਹੁੰਦੀ ਹੈ ਜੀ, ਉਹ ਇੱਕ ਕਾਨੂੰਨ ਦੇ ਅਧੀਨ ਕਾਨੂੰਨ ਇਹੋ ਜਿਹਾ ਬਣਾ ਦਿੱਤਾ ਜਾਂਦਾ ਹੈ ਜਿਹਦੇ ਨਾਲ ਜਿਹੜਾ ਅੱਗੇ ਇਨਸਾਨ ਹੈ ਉਹਦੇ ਉੱਤੇ ਆਪਾਂ ਕੰਟਰੋਲ ਕਰ ਸਕੀਏ। ਜਿੱਦਾਂ ਆਪਣਾ ਡਰਾਈਵਿੰਗ ਲਾਇਸੈਂਸ ਹੈ, ਜੇ ਅੱਜ ਆਪਣੇ ਤੇ ਡਰਿੰਕ ਐਂਡ ਡਰਾਈਵਿੰਗ ਚਾਰਜਸ ਲੱਗਦੇ ਨੇ, ਸਾਰੀਆਂ ਜਿਹੜੀਆਂ ਆਪਣੀਆਂ ਜੌਬਸ ਨੇ ਇਸ ਕੰਟਰੀ ਦੇ ਵਿੱਚ ਉਹ ਡਰਾਈਵਿੰਗ ਲਾਇਸੈਂਸ ਦੇ ਨਾਲ ਜੁੜੀਆਂ ਹੋਈਆਂ ਨੇ। ਬਿਲਕੁਲ ਇਸ ਤਰ੍ਹਾਂ ਹੀ ਜਿਹੜੀ ਸਰਕਾਰ ਹੈ ਉਹ ਇਸ ਤਰ੍ਹਾਂ ਦੇ ਕਾਨੂੰਨ ਬਣਾ ਰਹੀ ਹੈ ਜਿਹਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਹੋਵੇ ਕਿ ਇਹਦਾ ਮੰਡੀਕਰਨ ਜਿਹੜਾ ਹੈ ਨਾ ਜੀ, ਉਹਨੂੰ ਬੰਦ ਕੀਤਾ ਜਾਵੇ ਕਿ ਲੋਕ ਆਪ ਹੀ ਖਰਚਣ। ਮੈਂ ਨਾ ਜੀ ਵੀ ਆਪ ਜੀਆਂ ਦੀ ਹਾਜ਼ਰੀ ਦਾ ਇਹ ਫਾਇਦਾ ਲਿਆ ਵੀ ਕਿਉਂਕਿ 3 ਸਾਲ ਤੋਂ ਮੈਨੂੰ ਬਹੁਤ ਜਦੋਜਹਿਦ ਕਰਨੀ ਪਈ ਮੰਤਰੀਆਂ ਨੂੰ, ਮੈਂਬਰ ਪਾਰਲੀਮੈਂਟਾਂ ਨੂੰ। ਉਦਾਂ ਉਹ ਕਹਿੰਦੇ ਸਾਨੂੰ ਕੀੜੀ ਵੀ ਤੁਰੀ ਜਾਂਦੀ ਦੇਸ਼ ਦੀ ਸੁਸਾਇਟੀ 'ਚ, ਪਰ ਇਹ LMIA ਦੀ ਕਰਪਸ਼ਨ ਦਾ ਜਿੰਨ ਨਹੀਂ ਉਹਨਾਂ ਨੂੰ ਨਜ਼ਰ ਆਇਆ ਆਪਣੇ ਆਪ। ਪਰ ਦੂਸਰੇ ਪਾਸੇ ਕਮਿਊਨਿਟੀ ਵੀ ਖਾਮੋਸ਼ ਆ। ਜਦੋਂ ਗੱਲ ਕਰਦੇ ਆ ਕਹਿੰਦੇ ਜੀ ਸਾਰੇ ਕਰਦੇ ਹਰੇਕ ਕਰਦਾ। ਹੁਣ ਉਹ ਸਾਰੇ ਕਰਦੇ ਹਰੇਕ ਕਰਦੇ ਦਾ ਕੋਈ ਨਾ ਪਤਾ ਵੀ ਹੋਊਗਾ, ਹਨਾ। ਸੋ ਮੈਂ ਇਹ ਸਮਝਦਾ ਜੀ ਵੀ ਕਮਿਊਨਿਟੀ ਤੇ ਮੀਡੀਆ ਜਿਹੜੇ ਸਾਲੋ ਸਾਲ ਇਹਦੇ ਤੇ ਚੁੱਪ ਆ, ਜਾਂ ਪ੍ਰੋਫੈਸ਼ਨਲਸ ਵੀ ਤੁਹਾਡੇ ਵਰਗੇ ਵੀ ਤੁਸੀਂ ਬੜੇ ਮਿਹਨਤੀ ਹੋ, ਵੀ ਇਹਦੇ ਤੇ ਜਿਹੜੀ ਚੁੱਪ ਆ ਨਾ, ਉਹਦੇ ਕਰਕੇ ਇਹ ਕੋਡ ਬਹੁਤ ਵਧਿਆ ਪਿਛਲੇ ਸਾਲਾਂ ਦੇ ਦੌਰਾਨ, ਤੇ ਵਧਣੋਂ ਰੁਕਣਾ ਨਹੀਂ ਜੇ ਆਪਾਂ ਗਾਂ ਵੀ ਚੁੱਪ ਰਹੇ। ਬਹੁਤ ਬਦਲਾਅ ਆਉਣੇ ਨੇ ਜੀ ਸੁਖਪਾਲ ਜੀ। ਹੁਣ ਜਿਸ ਤਰ੍ਹਾਂ ਸਰਕਾਰ ਨੇ 1.2 ਮਿਲੀਅਨ ਲੋਕਾਂ ਨੂੰ ਇਮੀਗ੍ਰੈਂਟਸ ਨੂੰ PR ਦੇਣੀ ਹੈ ਜੀ, ਜਿਸ ਲਈ ਤੁਸੀਂ ਵੇਖੋਗੇ ਵੀ 1913 ਦੇ ਵਿੱਚ 4 ਲੱਖ ਲੋਕਾਂ ਨੂੰ ਕੈਨੇਡਾ ਦੀ ਆਪਣੀ ਇਮੀਗ੍ਰੇਸ਼ਨ ਮਿਲੀ ਸੀਗੀ। ਸੋ ਵਰਲਡ ਵਾਰ ਦੇ ਸਮੇਂ ਦੌਰਾਨ ਜੋ ਚੀਜ਼ਾਂ ਹੋਈਆਂ ਸੀ, ਹੁਣ ਇਸ ਵੇਲੇ ਉਹੀ ਚੀਜ਼ ਜਿਹੜੀ ਦੁਹਰਾਈ ਜਾ ਰਹੀ ਹੈ 2021 ਦੇ ਵਿੱਚ, ਜਿੱਥੇ ਕਿ ਪਹਿਲੇ ਸਮਝ ਆ ਜਾਏਗੀ ਇਹਦੀ ਸਰਕਾਰ ਜਿਹੜੀ ਹੋਵੇਗੀ ਇਹੋ ਜਿਹੇ ਨਵੇਂ ਪ੍ਰੋਗਰਾਮ ਲੈ ਕੇ ਆਵੇਗੀ ਜਿਹਦੇ ਅਧੀਨ ਜਿਹੜੀ ਇਹ LMIA ਹੈ ਜੀ, ਜਾਂ ਜਿਹੜੀਆਂ ਚੀਜ਼ਾਂ ਆਪਾਂ ਸਾਨੂੰ ਲੱਗਦਾ ਵੀ ਜਿਹੜੇ ਸਿਸਟਮ 'ਚ ਗਲਤ ਚੀਜ਼ ਚੱਲ ਰਹੀਆਂ ਨੇ, ਇਹਨਾਂ ਨੂੰ ਵੱਧ ਲੋਕਾਂ ਨੇ ਮੂੰਹ ਹੀ ਨਹੀਂ ਕਰਨਾ ਜੀ, ਉਹਦੀ ਲੋੜ ਹੀ ਨਹੀਂ ਜੀ ਪੈਣੀ। ਬਹੁਤ ਅੱਛੇ। ਔਰ ਦੂਸਰੇ ਪਾਸੇ ਇਹ ਹੈ ਵੀ ਥੋੜਾ ਜਿਹਾ ਇੱਕ ਮੋਰਲ ਰਿਸਪੌਂਸਿਬਿਲਿਟੀ ਵੀ ਆਪਾਂ ਜਿਹੜੇ ਚੱਲ ਕੇ ਆਏ ਆ, ਤੇ ਜੇ ਆਪਾਂ ਹੀ ਆਪਣੇ ਕਾਰੋਬਾਰ ਸਥਾਪਿਤ ਕੇ ਇਹੋ ਜਿਹੇ ਕੰਮ ਕਰਾਂਗੇ ਤੇ ਫਿਰ ਅਸੀਂ ਇੱਥੇ ਕਰਨ ਕੀ ਆਏ ਸੀ, ਇਹ ਤੇ ਸੋਚਣਾ ਬਣਦਾ ਨਾ। ਨਹੀਂ ਜੀ, ਬਿਲਕੁਲ ਗੱਲ ਸਹੀ ਹੈ ਜੀ, ਬਿਲਕੁਲ ਗੱਲ ਸਹੀ ਹੈ। ਸੋ ਇਹਦੇ ਵਿੱਚ ਇਹੀ ਹੈ ਜੀ, ਜਿੱਦਾਂ ਤੁਹਾਡੇ ਵਰਗੇ ਸੂਝਵਾਨ ਜਿਹੜੇ ਨੇ ਸਾਰੇ ਗੱਲ ਸੁਣਦੇ ਹੋ, ਸਰਕਾਰ ਜਿਹੜੀ ਹੁੰਦੀ ਹੈ ਜੀ ਗੱਲ ਜ਼ਰੂਰ ਸੁਣਦੀ ਹੈ। ਸੋ ਸਰਕਾਰ ਨੇ ਕਿਤੇ ਨਾ ਕਿਤੇ ਗੱਲਾਂ ਸੁਣੀਆਂ ਨੇ, ਸਰਕਾਰ ਨੇ ਉਹਨਾਂ ਚੀਜ਼ਾਂ ਦੇ ਵਿੱਚ ਤਬਦੀਲੀ ਲਿਆਈ ਹੈ। ਉਹ ਵੀ ਜਿਹੜੇ ਸਰਕਾਰ ਨੇ ਕਾਨੂੰਨ ਜਾਂ ਸਿਸਟਮ ਇਹੋ ਜਿਹਾ ਬਣਾਤਾ, ਇਹ ਜਿਹੜੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਦਾ ਮੰਡੀਕਰਨ ਜਿਹੜਾ ਹੋਵੇਗਾ ਉਹ ਆਪੇ ਹੀ ਖਤਮ ਹੋ ਜਾਏਗਾ। ਸ਼ਾਬਾਸ਼ ਤੁਹਾਡੇ। ਔਰ ਕਦੇ ਵੀ ਤੁਸੀਂ ਸੁਣੋ ਵੀ ਉਧਰੋਂ ਆ ਕੇ ਬੰਦਾ ਵਿਅਕਤੀ ਆਪਣਾ ਕਾਰੋਬਾਰ ਸਥਾਪਿਤ ਕਰਕੇ ਸੰਗਤ ਨੂੰ ਲੁੱਟ ਰਿਹਾ, ਉਹਦੇ ਤੇ ਚੁੱਪ ਨਾ ਰਹਿਣਾ। ਹਾਂਜੀ ਹਾਂਜੀ, ਪਲੀਜ਼। ਥੈਂਕ ਯੂ ਸੋ ਮਚ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਬਾਬੂ ਜੀ। ਜੀ ਤੁਹਾਨੂੰ ਥੈਂਕ ਯੂ ਜੀ ਅਮਰਜੀਤ ਜੀ। ਠੀਕ ਹੈ ਜੋ ਸਾਹਿਬ, ਹੁਣ ਥੋੜੀ ਗੱਲਬਾਤ ਕਰੀਏ ਕਿ ਜਿਹੜੀ ਕੱਲ ਦੀ ਖਬਰ ਇੰਨੀ ਫਲੈਸ਼ ਹੋ ਰਹੀ ਹੈ ਕਿ ਅੰਟਾਰੀਓ ਦੇ ਫਾਈਨੈਂਸ ਮਿਨਿਸਟਰ ਰੌਡ ਫਿਲਿਪ ਨੇ ਜਿਹੜੀ ਐਡੀ ਵੱਡੀ ਗਲਤੀ ਕੀਤੀ। ਲੋਕਾਂ ਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਘਰੋਂ ਬਾਹਰ ਨਹੀਂ ਜਾਣਾ, ਘਰ ਦੇ ਵਿੱਚ ਹੀ ਰਹਿਣਾ, ਰਿਸ਼ਤੇਦਾਰ ਨਹੀਂ ਕੋ ਬੁਲਾਉਣੇ, ਤੇ ਆਪ ਮਿਨਿਸਟਰ ਸਾਹਿਬ ਚਲੇ ਗਏ ਵਕੇਸ਼ਨ ਤੇ। ਹਾਂ ਬੋਬ ਜੀ, ਹੁਣ ਤੇ ਉਹ ਅੱਜ ਪਹੁੰਚ ਗਏ ਆ ਵਾਪਸ ਤੇ ਮਾਫੀਆਂ ਮੰਗ ਰਹੇ ਆ ਹੱਥ ਜੋੜ ਜੋੜ ਕੇ ਵੀ ਮੇਰੀ ਗਲਤੀ ਹੈ, ਮੇਰੇ ਤੋਂ ਹੀ ਇਹ ਗਲਤੀ ਹੋਈ ਹੈ, ਮੈਂ ਮਿਸਕੈਲਕੂਲੇਟ ਕਰ ਗਿਆ, ਮਿਸ ਜੱਜ ਕਰ ਗਿਆ ਸਾਰੀ ਸਿਚੁਏਸ਼ਨ ਨੂੰ। ਚਲੋ ਬਹਾਨਾ ਤਾਂ ਪਹਿਲਾਂ ਇਹ ਘੜਿਆ ਵੀ 13 ਦਸੰਬਰ ਤੋਂ ਉਦੋਂ ਨਹੀਂ ਸੀ ਪਤਾ ਵੀ ਜਾਣੀ ਇਹ ਜਿਹੜਾ ਲੋਕਡਾਊਨ ਆ ਉਹ ਲੱਗਣ ਜਾ ਰਿਹਾ। ਤੇ ਦੂਸਰੇ ਪਾਸੇ ਕਾਫੀ ਕਹ ਲਓ ਵੀ ਸਖਤੀ ਦੇ ਲਹਿਜੇ ਦੇ ਵਿੱਚ ਡਗ ਫੋਰਡ ਸਾਹਿਬ ਨੇ ਵੀ ਬਿਆਨਬਾਜ਼ੀ ਕੀਤੀ ਆ। ਡਗ ਫੋਰਡ ਸਰਕਾਰ ਨੂੰ 2 ਵਾਰੀ ਵੱਡੀਆਂ ਮੁਆਫੀਆਂ ਜਿਹੜੀਆਂ ਵੱਡੀਆਂ ਕੁਤਾਹੀਆਂ ਕਰਕੇ ਮੰਗਣੀਆਂ ਪੈ ਗਈਆਂ। ਇੱਕ ਤਾਂ ਜਿਹੜਾ ਆਪਣੇ ਮੰਤਰੀ ਸਾਹਿਬ ਉਹਨਾਂ ਦੇ ਛੁੱਟੀਆਂ 'ਚ ਚਲੇ ਗਏ, ਲੋਕਾਂ ਨੂੰ ਕਹਿ ਰਹੇ ਉਹ ਲੋਕਡਾਊਨ ਲਾ ਕੇ ਵੀ ਘਰਾਂ 'ਚ ਰਹੋ। ਤੇ ਦੂਸਰਾ ਸੀਗਾ ਵੀ ਕ੍ਰਿਸਮਸ ਦੇ ਮੌਕੇ ਤੇ ਜਾਣੀ ਕਿ ਜਿਹੜੇ ਵੀ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਏ ਹੋਏ ਇਹ COVID-19 ਦੇ ਟੀਕੇ ਆ ਉਹ ਫਰਿੱਜਾਂ ਦੇ ਵਿੱਚ ਲਾ ਕੇ ਤੇ ਕ੍ਰਿਸਮਸ ਮਨਾਉਣ ਚਲੇ ਗਏ। ਕਿਸੇ ਇੱਕ ਵੀ ਵਿਅਕਤੀ ਨੂੰ ਟੀਕਾ ਨਹੀਂ ਲਾਇਆ ਗਿਆ 2 ਦਿਨ ਲਗਾਤਾਰ ਜੀ। ਸੋ ਉਹਦੇ ਤੇ ਵੀ ਫਿਰ ਗਵਰਨਮੈਂਟ ਨੂੰ ਮਾਫੀ ਮੰਗਣੀ ਪਈ ਵੀ ਸਾਡੀ ਗਲਤੀ ਹੋਈ ਆ ਵੀ ਇੱਕ ਪਾਸੇ ਤੇ ਮਾਰੋ ਮਾਰ ਚੱਲ ਰਹੀ ਆ, ਨਿਤ ਦਿਨ ਇੰਨੀਆਂ ਡੈਥਸ ਹੋ ਰਹੀਆਂ, ਤੇ ਦੂਜੇ ਪਾਸੇ ਟੀਕੇ ਅਸੀਂ ਫਰਿੱਜਾਂ 'ਚ ਲਾ ਕੇ ਤੇ ਕ੍ਰਿਸਮਸ ਮਨਾਉਣ ਚਲੇ ਗਏ ਆ। ਸੋ ਉਸ ਲਿਹਾਜ਼ ਨਾਲ ਅੱਜ ਵੀ ਜਿਹੜੀ ਭਾਲਿਆ ਡਗ ਫੋਰਡ ਸਾਹਿਬ ਦੀ ਜਾਂ ਉਹਨਾਂ ਦੀ ਗਵਰਨਮੈਂਟ ਦੀ ਆ ਪਿਛਲੇ 10 ਕੁ ਮਹੀਨਿਆਂ ਦੇ ਦੌਰਾਨ COVID-19 ਦੀ ਫਾਈਟ ਦੇ ਦੌਰਾਨ ਬਣੀ ਸੀ, ਉਹਨੂੰ ਕਾਫੀ ਵੱਡਾ ਝਟਕਾ ਇਹਨਾਂ 2 ਚੀਜ਼ਾਂ ਕਰਕੇ ਲੱਗਿਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਇਸ ਨੂੰ ਇਹ ਕਹ ਲਓ ਵੀ ਇਹਨਾਂ ਜ਼ਖਮਾਂ ਤੇ ਮਲਮ ਲਗਾਉਂਦੇ ਨੇ। ਜੋ ਸਾਹਿਬ, ਇੱਕ ਪਾਸੇ ਲੋਕਡਾਊਨ ਹੈ ਸਾਰੇ ਅੰਟਾਰੀਓ ਦੇ ਵਿੱਚ। ਪਹਿਲਾਂ ਲੋਕਡਾਊਨ ਵੀ ਸਹੀ ਤਰੀਕੇ ਨਾਲ ਲੋਕਡਾਊਨ ਨਹੀਂ ਕੀਤਾ ਗਿਆ। ਪਹਿਲਾਂ ਟੋਰਾਂਟੋ ਤੇ ਪੀਲ, ਉਸ ਤੋਂ ਬਾਅਦ ਯਾਰਕ, ਉਸ ਤੋਂ ਬਾਅਦ ਹੁਣ ਬਾਕੀ ਦੇ ਹਿੱਸੇ ਜਿਹੜੇ ਲੋਕਡਾਊਨ ਕੀਤੇ ਗਏ।
ਤਾਂ ਲੋਕ ਦੂਸਰਿਆਂ ਇਲਾਕਿਆਂ ਵਿੱਚ ਜਾਣ ਲੱਗ ਪਏ ਸੀ। ਤੇ ਇਹ ਵੀ ਇੱਕ ਥੋੜੇ ਜਿਹਾ ਮੈਨੂੰ ਲੱਗਦਾ ਕਿ ਗਲਤ ਕੀਤਾ ਗਿਆ। ਜਾਂ ਤਾਂ ਲੋਕਡਾਊਨ ਕਰਨਾ ਸੀ ਤਾਂ ਹਰ ਜਗ੍ਹਾ ਕਰਦੇ, ਫਿਰ ਇਹ ਆ ਵੀ ਹਾਈਵੇ 50 ਦੇ ਪਾਲੇ ਪਾਸੇ ਲੋਕਡਾਊਨ ਨਹੀਂ ਹੈ, ਉਰਲੇ ਪਾਸੇ ਹੈ, ਤਾਂ ਲੋਕ ਉੱਧਰ ਜਾ ਕੇ ਫਰਨੀਚਰ ਦੀਆਂ ਸੇਲਾਂ ਵੀ ਲਾਉਣ ਲੱਗ ਪਏ, ਹੋਰ ਵੀ ਲੋਕ ਉੱਥੇ ਸ਼ਾਪਿੰਗ ਕਰਨ ਲੱਗ ਪਏ। ਇਹ ਵੀ ਤਾਂ ਗਲਤ ਸੀ ਨਾ। ਬਾਬੂ ਜੀ ਇਹਨਾਂ ਨੇ ਨਾ ਦੇਖੋ ਕਹਿੰਦੇ ਜੀ ਵੀ ਜਦੋਂ ਕੋਈ ਵਾਰ ਲੱਗਦੀ ਆ, ਕੋਈ ਜੰਗ ਲੱਗਦੀ ਆ, ਉਦੋਂ ਬਾਰਡਰ ਤੇ ਜੋ ਫੌਜ ਲੜਦੀ ਆ, ਫੌਜੀ ਜਰਨੈਲਾਂ ਦੀ ਗੱਲ ਸਰਕਾਰ ਨੂੰ ਮੰਨਣੀ ਪੈਂਦੀ ਆ। ਫੌਜ ਨੂੰ ਜੋ ਚਾਹੀਦਾ ਹੁੰਦਾ ਉਹ ਸਰਕਾਰ ਨੂੰ ਦੇਣਾ ਪੈਂਦਾ, ਦਿੰਦੇ ਵੀ ਨੇ ਇਨਫਰਾਸਟ੍ਰਕਚਰ। ਤੇ ਇਹਦੇ ਨਾਲ ਹੀ ਫਿਰ ਹੁਣ ਕਿਉਂਕਿ ਵੀ ਇਹ ਬਿਮਾਰੀ ਦੇ ਨਾਲ ਇਸ ਵੇਲੇ ਜੰਗ ਹੈ, ਤੇ ਬਿਮਾਰੀ ਦੇ ਵਿੱਚ ਜੰਗ ਦੇ ਵਿੱਚ ਸਾਡੀ ਫੌਜ ਜਿਹੜੀ ਆ ਉਹ ਡਾਕਟਰ ਤੇ ਨਰਸਾਂ, ਬਾਕੀ ਫਰੰਟ ਲਾਈਨ ਵਰਕਰ ਨੇ, ਉਹ ਜੋ ਕੁਝ ਮੰਗਦੇ ਨੇ ਜਾਂ ਜੋ ਡਿਸੀਜਨ ਉਹ ਸਰਕਾਰ ਨੂੰ ਦਿੰਦੇ ਨੇ, ਦੱਸਦੇ ਨੇ ਸਾਇੰਟਿਸਟ, ਵੀ ਉਹ ਸਰਕਾਰ ਨੂੰ ਮੰਨਣੇ ਪੈਂਦੇ ਨੇ। ਸੋ ਇਹ ਅੱਜ ਵੀ 22 ਆਪਾਂ ਦੇਖਿਆ ਵੀ ਮਾਰਚ ਨੂੰ ਸਾਲ ਦੇ ਸ਼ੁਰੂ ਦੇ ਵਿੱਚ ਪਹਿਲਾ ਲੋਕਡਾਊਨ ਆ ਜਿਹੜਾ ਸਾਰਾ ਦੇਸ਼ ਇੱਕਦਮ ਸ਼ਟਡਾਊਨ ਕਰ ਦਿੱਤਾ ਗਿਆ ਕੰਟਰੀ ਨੂੰ। ਤੇ ਫਿਰ ਉਹਦੇ ਤੋਂ ਬਾਅਦ ਫਿਰ ਦੇਖਿਆ ਵੀ ਇਦਾਂ ਤੇ ਇਕਨੋਮੀ ਦਾ ਅਸੀਂ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ, ਤੇ ਹੁਣ ਜੇ ਸ਼ਟਡਾਊਨ ਕਰਨਾ ਪੈਣਾ ਤੇ ਇਹ ਪਾਲਿਸੀ ਜਿਹੜੀ ਆ ਉਹ ਸਾਹਮਣੇ ਆਈ ਵੀ ਆਪਾਂ ਰੀਜਨ ਵਾਈਜ਼ ਕਰਾਂਗੇ। ਵੀ ਜਿੱਦਾਂ ਪੀਲ ਚ ਕਰ ਦਿੱਤਾ, ਇਧਰ ਟੋਰਾਂਟੋ ਚ ਕਰ ਦਿੱਤਾ, ਫਿਰ ਉਧਰ ਆਟਵਾ ਦੀ ਗੱਲ ਚੱਲ ਪਈ, ਇਧਰ ਵਿੰਡਜ਼ਰ ਦੀ ਚੱਲ ਪਈ, ਜਾਂ ਫਿਰ ਹੌਲੀ ਹੌਲੀ ਇਹ ਕੇਸਿਸ ਜਿਹੜੇ ਲਗਾਤਾਰ ਵੱਧਦੇ ਗਏ ਤੇ ਫਿਰ ਅਸੀਂ ਰੀਜਨਲ ਲੈਵਲ ਤੇ ਲਗਾਵਾਂਗੇ। ਪਰ ਫਿਰ ਇਸ ਤਰ੍ਹਾਂ ਦੀਆਂ ਰਿਪੋਰਟਸ ਆਉਣ ਲੱਗ ਗਈਆਂ ਵੀ ਤੁਸੀਂ ਇੱਕ ਏਰੀਆ 'ਚ ਜਿੱਦਾਂ ਬਾਬੂ ਜੀ ਤੁਸੀਂ ਕਹਿੰਦੇ ਹੋ ਵੀ ਉਧਰੋਂ ਬੰਦ ਕਰ ਦਿਓ ਤੇ ਦੂਜੇ ਬੰਨੇ ਨੂੰ ਲੋਕ ਜਿਹੜੇ ਆ ਉਹ ਮੁਹਾਨ ਆਪਣਾ ਕਰ ਲੈਂਦੇ ਆ। ਸੋ ਇਸ ਕਰਕੇ ਇਹ ਆ ਜੀ ਫਿਰ ਹੌਲੀ ਹੌਲੀ ਇਹੀ ਹੁਣ ਡਿਸਾਈਡ ਹੋਇਆ ਵੀ ਇਹ ਅਸੀਂ ਪ੍ਰੋਵਿੰਸ ਵਾਈਡ ਜਿੰਨਾ ਚਿਰ ਐਟਲੀਸਟ 2 ਵੀਕਸ ਦਾ ਲੋਕਡਾਊਨ ਨਹੀਂ ਕਰਦੇ, ਕੇਸਿਸ ਘਟਨੇ ਨਹੀਂ। ਕੱਲ ਵੀ ਆਪਾਂ ਦੇਖਿਆ ਵੀ 3300 ਨਵੇਂ ਕੇਸ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਆ। 70-80 ਡੈਥਸ ਦਾ ਜਿਹੜਾ ਜੀ ਵੀ ਹੋ ਜਾਣਾ ਓਨਟਾਰੀਓ ਵਰਗੀ ਪ੍ਰੋਵਿੰਸ ਦੇ ਵਿੱਚ 24-48 ਘੰਟਿਆਂ ਦੇ ਵਿੱਚ, ਇਹ ਵੀ ਵੱਡਾ ਕੰਸਰਨ ਆ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਲੱਗ ਰਿਹਾ ਵੀ ਇਕਨੋਮੀ ਨੂੰ ਵੱਡੀ ਠੇਸ, ਵੱਡਾ ਝਟਕਾ ਪਹੁੰਚਾਉਣ ਤੋਂ ਡਰਦੀ ਹੋਈ ਸਰਕਾਰ ਜਿਹੜੀ ਆ ਜੀ ਵੀ ਉਹ ਲੋਕਡਾਊਨ ਕਰਨਾ ਵੀ ਚਾਹੁੰਦੇ ਆ, ਫੂਕ ਕੇ ਕਦਮ ਰੱਖ ਰਹੇ ਆ। ਤੇ ਉਹਦੇ ਵਿੱਚ ਲੱਗ ਰਿਹਾ ਜੀ ਵੀ ਕਿਤੇ ਨਾ ਕਿਤੇ ਇਹ ਜਿਹੜੀ ਜੱਕੋ ਤੱਕੂ ਆ ਨਾ ਵੀ ਕਿਸ ਤਰ੍ਹਾਂ ਦਾ ਲੋਕਡਾਊਨ ਜਿਹੜਾ ਉਹ ਜ਼ਿਆਦਾ ਇਫੈਕਟਿਵ ਹੋਏਗਾ, ਉਹਦੇ ਨਾਲ ਮੈਂ ਸਮਝਦਾ ਜੀ ਵੀ ਥੋੜਾ ਜਿਹਾ ਇਹ ਜ਼ਿਆਦਾ ਇਹ ਸਿਚੁਏਸ਼ਨ ਜਿਹੜੀ ਹੈ ਐਟ ਪ੍ਰੈਜ਼ੈਂਟ ਆਪਾਂ ਦੇਖ ਰਹੇ ਹਾਂ ਬਣੀ ਹੋਈ ਹੈ। ਲੋਕਾਂ ਨੂੰ ਦੱਸ ਦਿਓ ਥੋੜਾ ਜਿਹਾ ਕਿ ਜਦੋਂ ਤੁਰਦੇ ਹੋ, ਸੜਕ ਕ੍ਰੋਸ ਕਰਦੇ ਹੋ, ਧਿਆਨ ਰੱਖੋ ਕਿ ਪਿਛਲੇ 24 ਘੰਟਿਆਂ ਦੇ ਵਿੱਚ ਤੁਰਨ ਵਾਲਿਆਂ ਦੀਆਂ ਮੌਤਾਂ ਹੋਈਆਂ। ਬਾਬੂ ਜੀ ਬੜਾ ਗੰਭੀਰ ਤੁਸੀਂ ਮੁੱਦਾ ਉਠਾਇਆ। ਦੇਖੋ ਵੀ ਸਾਲੋ ਸਾਲ ਕਿਉਂਕਿ ਆਪਾਂ ਖਬਰਾਂ ਨਾਲ ਜੁੜੇ ਰਹਿੰਦੇ ਹਾਂ, ਸਾਨੂੰ ਇਹ ਇਨਫੋਰਮੇਸ਼ਨ ਅੱਗੇ ਭੈਣ ਭਰਾਵਾਂ ਨੂੰ ਦੇਣੀ ਪੈਂਦੀ ਹੈ, ਤੇ ਕੋਈ ਸਾਲ ਐਸਾ ਗੁਜ਼ਰਦਾ ਨਹੀਂ ਜਾਂ ਤਾਂ ਕੋਈ ਮਹੀਨਾ ਹੀ ਨਹੀਂ ਐਸਾ ਗੁਜ਼ਰਦਾ, ਕਈ ਵਾਰ ਤਾਂ ਵੈਸੇ ਕੋਈ ਵੀਕ ਹੀ ਨਹੀਂ ਐਸਾ ਗੁਜ਼ਰਦਾ, ਤੇ ਕਈ ਵਾਰੀ ਇੱਕ ਦਿਨ ਦੇ ਵਿੱਚ 4-4 ਪੈਡੈਸਟਰੀਅਨਸ ਵੀ ਆ ਜਿਹੜੇ ਰਾਹਗੀਰ ਆ ਉਹ ਫੱਟੜ ਹੁੰਦੇ ਨੇ, ਹਰਟ ਹੁੰਦੇ ਨੇ, ਡੈਥ ਹੁੰਦੀ ਹੈ, ਟਰੱਕ ਥੱਲੇ ਆ ਜਾਂਦੇ ਨੇ, ਕਾਰਾਂ ਗੱਡੀਆਂ 'ਚ ਵੱਜਣਾ। ਤੇ ਉਹਦੇ ਵਿੱਚ ਫਿਰ ਜਦੋਂ ਪਤਾ ਲੱਗਦਾ ਵੀ ਇਹ ਗੱਲ ਬਣੀ ਕੀ ਹੈ ਨਾ ਵੀ ਕੈਨੇਡਾ ਇੱਕ ਪਾਸੇ ਆਪਾਂ ਕਹਿੰਦੇ ਵੀ ਨੰਬਰ 1 ਦੁਨੀਆ ਦਾ ਦੇਸ਼ ਹੈ, ਨੰਬਰ 1 ਦੇਸ਼ ਦੇ ਵਿੱਚ ਦੁਨੀਆ ਦਾ ਇਹ ਹਾਲ ਆ ਵੀ ਐਕਸੀਡੈਂਟ ਸੜਕਾਂ ਤੇ ਧੜਾ-ਧੜ ਹੋ ਰਹੇ ਆ, ਤੇ ਬਾਕੀ ਦੀ ਦੁਨੀਆ ਵਿੱਚ ਕੀ ਹਾਲ ਹੋਊਗਾ ਮਨੁੱਖਤਾ ਦਾ। ਤੇ ਉਹ ਕਈ ਵਾਰੀ ਵਿਚਾਰਗੀ ਦੇ ਵਿੱਚ ਸਿਚੁਏਸ਼ਨ ਜਾਂਦੀ ਆ। ਹੁਣ ਪਿਛਲੇ 24 ਘੰਟਿਆਂ ਦੇ ਵਿੱਚ ਵੀ ਸਕਾਰਬੋਰੋ ਦੇ ਵਿੱਚ ਇੱਕ ਵਿਅਕਤੀ ਦੀ ਤਾਂ ਮੌਤ ਹੀ ਹੋ ਗਈ ਆ ਜੀ। ਇੱਥੇ ਬਰੈਂਪਟਨ ਦੇ ਵਿੱਚ 33 ਸਾਲ ਦੀ ਯੰਗ ਔਰਤ ਕਹਿ ਲਓ, ਉਹਦੇ ਵਿੱਚ ਵੀ ਗੱਡੀ ਵੱਜੀ ਆ ਤੇ ਉਹ ਫੱਟੜ ਹੋਈ ਆ, ਜਾਨ ਉਹਦੀ ਬਚ ਗਈ ਆ, ਉਹ ਹਸਪੀਟਲ ਦੇ ਵਿੱਚ ਹੈ। ਪਰ ਇਹ ਬਰੈਂਪਟਨ ਵਾਲਾ ਡਰਾਈਵਰ ਤਾਂ ਮੌਕੇ ਤੋਂ ਨੱਸ ਗਿਆ। ਉਸ ਤੋਂ ਬਾਅਦ ਲੇਕਿਨ ਕਿ ਛੇਤੀ ਪੀਲ ਪੁਲਿਸ ਨੇ ਉਹਨੂੰ ਕਾਬੂ ਕਰ ਲਿਆ। 25 ਸਾਲ ਦਾ ਮੁੰਡਾ ਸੀਗਾ। ਅੱਜ ਕੱਲ੍ਹ ਇਹ ਬੜਾ ਕਲਚਰ ਆਇਆ ਹੋਇਆ ਇੱਥੇ, ਇੰਪੋਰਟ ਕੀਤਾ ਨਾ ਕਲਚਰ। ਕਈ ਵਾਰੀ ਆਪਾਂ ਬਹੁਤ ਜੀ ਕੱਪੜੇ ਯਾਰ ਕੱਪੜੇ ਕਈ ਵਾਰੀ ਨਵੇਂ ਪਾਉਂਦੇ ਆ, ਅਟੈਚੀਆਂ 'ਚ ਨਵਾਂ ਸਮਾਨ ਭਰਦੇ ਆ, ਦਿਮਾਗਾਂ 'ਚ ਉਹੀ ਕੂੜਾ ਕਬੜਾ ਇੱਥੇ ਜਿਹੜਾ ਇੰਪੋਰਟ ਕਰਦੇ ਆ, ਤੇ ਉਹ ਆਦਤਾਂ ਇੱਥੇ ਵੀ ਫਿਰ ਸੜਕਾਂ ਤੇ ਆਪਾਂ ਦੇਖਦੇ ਹਾਂ ਆਮ। ਸੋ ਇਹ ਅੱਜ ਵੀ ਉਹ ਡਰਾਈਵਰ ਭੱਜਿਆ, ਫਿਰ ਫੜ ਲਿਆ, ਪਰ ਸਕਾਰਬੋਰੋ ਵਾਲਾ ਤੇ ਰੁਕ ਗਿਆ ਮੌਕੇ ਤੇ। ਚਲੋ ਇਹ ਪਿੱਛੇ ਵੀ ਲਾਸਟ ਵੀਕ ਵੀ ਇੱਕ ਡੈਥ ਸਕਾਰਬੋਰੋ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਕਿ ਡਰਾਈਵਰ ਮੌਕੇ ਤੇ ਰੁਕਿਆ। ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਿੱਟਾ ਕੱਢਿਆ ਵੀ ਰਾਹਗੀਰ ਦਾ ਕਸੂਰ ਸੀਗਾ, ਜਿਸ ਕਰਕੇ ਡਰਾਈਵਰ ਨੂੰ ਚਾਰਜ ਨਾ ਕੀਤਾ ਗਿਆ। ਸੋ ਇਹ ਜ਼ਰੂਰੀ ਨਹੀਂਗਾ ਵੀ ਮਤਲਬ ਬੰਦੇ ਨੇ ਮੌਕੇ ਤੋਂ ਭੱਜ ਜਾਣਾ ਤੇ ਉਹਦਾ ਬਚਾਅ ਹੋ ਜਾਏਗਾ, ਫਿਰ ਸਗੋਂ ਜ਼ਿਆਦਾ ਕਸੂਤਾ ਫਸਦਾ ਡਰਾਈਵਰ, ਇਹ ਪਤਾ ਹੀ ਹੈ ਸਾਰਿਆਂ ਨੂੰ। ਤੇ ਦੂਸਰੇ ਪਾਸੇ ਇਹ ਹੈ ਜੀ ਵੀ ਇਹ ਜਿਹੜੇ ਸੜਕਾਂ ਤੇ ਰਾਹਾਂ ਤੇ ਹਫੜਾ ਦਫੜੀ ਆ ਨਾ, ਤੇਜ਼ ਤਰਾਰੀਆਂ ਆ, ਉਹਦੇ ਕਰਕੇ ਇਹ ਐਕਸੀਡੈਂਟ ਲਗਾਤਾਰਤਾ ਦੇ ਨਾਲ ਜਿਹੜੇ ਪੈਡੈਸਟਰੀਅਨਸ ਤੇ ਵਹੀਕਲਸ ਦੇ ਵਿੱਚ ਹੋਣੇ ਲਗਾਤਾਰ ਜਾਰੀ ਆ। ਸੋ ਜਿਸ ਕਰਕੇ ਹੈ ਜੀ ਵੀ ਟੈਕਨੀਕ ਤਾਂ ਪੁਲਿਸ ਦੱਸਦੀ ਆ ਵੀ ਸੜਕਾਂ ਪਾਰ ਕਿੱਦਾਂ ਕਰਨੀਆਂ, ਵੀ ਤੁਸੀਂ ਰੁਕੋ, ਜਦੋਂ ਪ੍ਰੋਪਰ ਲਾਈਟ ਹੈ ਉਦੋਂ ਤੁਸੀਂ ਕ੍ਰਾਸ ਕਰੋ, ਡਰਾਈਵਰ ਦੇ ਨਾਲ ਆਈ ਕੰਟੈਕਟ ਬਣਾਓ ਵਗੈਰਾ ਵਗੈਰਾ। ਪਰ ਦੂਸਰੇ ਪਾਸੇ ਹੈ ਜੀ ਵੀ ਜਿਹੜੀ ਸਪੀਡ ਆ ਨਾ, ਭਾਵੇਂ ਉਹ ਰਾਹਗੀਰ ਆ ਤੇ ਭਾਵੇਂ ਉਹ ਗੱਡੀ ਚਲਾਉਣ ਵਾਲਾ ਡਰਾਈਵਰ ਹੈ, ਜਿੰਨਾ ਚਿਰ ਉਹ ਸਪੀਡ ਆਪਣੀ ਦਾ ਖਿਆਲ ਨਹੀਂ ਰੱਖਦੇ ਵੀ ਜਿੱਥੋਂ ਰਾਹ ਮਿਲਿਆ ਜੇ ਰਾਹਗੀਰ ਨੇ ਉੱਥੋਂ ਸੜਕ ਪਾਰ ਕਰਨੀ ਹੈ। ਸਕਾਰਬੋਰੋ ਦੇ ਵਿੱਚ ਜਿਹੜੀ ਲਾਸਟ ਵੀਕ ਲੇਡੀ ਦੀ ਡੈਥ ਹੋਈ ਸੀਗੀ ਗੱਡੀ ਥੱਲੇ ਆ ਕੇ, ਇਦਾਂ ਹੀ ਸੀ ਵੀ ਉਹ ਅਨਮਾਰਕਡ ਜਗ੍ਹਾ ਤੋਂ ਜਿਹੜੀ ਉਹ ਸੜਕ ਪਾਰ ਕਰ ਰਹੀ ਸੀ ਤੇ ਮੌਕੇ ਤੇ ਡੈਥ ਹੋ ਗਈ। ਸੋ ਇਸ ਕਰਕੇ ਇਹ ਜੀ ਵੀ ਸੜਕਾਂ ਤੇ ਹਫੜਾ ਦਫੜੀ ਜਿਹੜੀ ਮਚੀ ਹੋਈ ਆ, ਉਹਦੇ ਕਰਕੇ ਜ਼ਿਆਦਾ ਲਾਈਫ ਦਾ ਨੁਕਸਾਨ ਹੋ ਰਿਹਾ ਜੀ। ਜੋੜ ਸਾਹਿਬ 2020 ਸਾਲ ਤਕਰੀਬਨ 3 ਕੁਆਟਰ ਜਿਹੜੇ ਸੀ ਕਰੋਨਾ ਵਾਇਰਸ ਨਾਲ ਗਏ, ਲੋਕਾਂ ਨੂੰ ਘਰੇ ਰਹਿਣਾ ਪਿਆ। ਇੱਕ ਪਹਿਲਾਂ ਰਹੇ ਨਹੀਂ ਸੀ, ਵਾਈਫ ਹਸਬੈਂਡ ਕੰਮਾਂ ਤੇ ਬੱਚਿਆਂ ਨੂੰ ਮਿਲਣ ਦਾ ਟਾਈਮ ਨਹੀਂ ਸੀ, ਵਾਈਫ ਸਵੇਰ ਨੂੰ ਸ਼ਾਮ ਨੂੰ, ਤੇ ਹੁਣ ਪਰਿਵਾਰ ਨੂੰ ਇਕੱਠਾ ਰਹਿਣਾ ਪਿਆ। ਇਕੱਠਾ ਰਹਿਣ ਦੇ ਨਾਲ ਜਿੱਥੇ ਫਾਇਦੇ ਹੋਏ
ਉੱਥੇ ਡੋਮੈਸਟਿਕ ਵਾਇਲੈਂਸ ਦੇ ਨਾਲ ਐਡੇ ਵੱਡੇ ਨੁਕਸਾਨ ਹੋਏ, ਲੋਕਾਂ ਦੇ ਆਪਸੀ ਘਰਾਂ ਲੜਾਈਆਂ ਦੇ ਨਾਲ ਬਹੁਤ ਸਾਰੇ ਕਤਲ ਵੀ ਹੋਏ। ਬਾਬੂ ਜੀ ਦੇਖੋ, ਇਹ ਵੀ ਵੈਸੇ ਉਹ ਕੰਮ ਆ ਵੀ ਜਿਹੜਾ ਹਰ ਸਾਲ ਹੀ ਜਦੋਂ ਸਟੈਟਿਸਟਿਕਸ ਆਉਂਦੇ ਆ ਨਾ ਪੁਲਿਸ ਦੇ, ਕੋਈ ਵੀ ਇੱਥੇ GTA ਦੀ ਪੁਲਿਸ ਹੋਵੇ, ਵੈਸੇ ਤੇ ਪੂਰੇ ਕੈਨੇਡਾ ਦੇ ਕਿਸੇ ਵੀ ਏਰੀਆ ਦੀ ਪੁਲਿਸ ਹੋਵੇ ਉਧਰ ਸਰੀ ਸਮੇਤ, ਵੀ ਇਹੀ ਹੁੰਦਾ ਵੀ ਹਰ ਸਾਲ ਜਿਹੜੀਆਂ 911 ਤੇ ਕਾਲਸ ਜਾਂਦੀਆਂ, ਸਭ ਤੋਂ ਜ਼ਿਆਦੀਆਂ ਕਾਲਸ ਹੁਣ ਦੇਖੋ 365 ਜਾਂ 366 ਦਿਨ ਆ ਸਾਲ ਦੇ ਵਿੱਚ, ਤੇ 11,000 12,000 10,000 ਕਾਲਸ 911 ਤੇ ਇਸ ਕਰਕੇ ਚੱਲ ਜਾਣ ਵੀ ਘਰ ਦੇ ਵਿੱਚ ਲੜਾਈ ਹੋ ਗਈ ਆ ਜੀ, ਕੁਟਾਪੇ ਹੋ ਗਏ ਆ ਜੀ, ਬਚਾਇਓ ਫੜਿਓ, ਹਨਾ। ਤੇ ਵੀ ਇਦਾਂ ਹੀ ਆ ਇਹ ਪੀਲ ਰੀਜਨ ਦੇ ਵਿੱਚ ਹਰ ਸਾਲ ਤਕਰੀਬਨ ਇਹ 10,000 ਦੇ ਆਸ-ਪਾਸ ਤਾਂ ਆਮ ਰਹਿੰਦਾ ਅੰਕੜਾ 911 ਤੇ ਕਾਲਸ ਜਾਣ ਦਾ। ਪਰ ਆ ਜਿਹੜਾ ਹੁਣ ਸਮਾਂ ਤੁਸੀਂ ਜ਼ਿਕਰ ਕੀਤਾ ਵੀ ਇਹਦੇ ਦੌਰਾਨ ਤੇ ਚਲੋ ਅਜੇ ਵੀ ਲੋਕ ਹੁਣ ਘਰਾਂ ਦੇ ਵਿੱਚ ਹੀ ਆ ਸਾਡੇ ਇੱਥੇ ਖਾਸ ਤੌਰ ਤੇ ਓਨਟਾਰੀਓ ਦੇ ਵਿੱਚ, ਪਰ ਇਹਦੇ ਨਾਲ ਹੀ ਜਿਹੜੇ ਪੁਲਿਸਾਂ ਦੇ ਵੱਲੋਂ ਇਹ ਦੱਸਿਆ ਜਾਂਦਾ ਵੀ ਉਹਨਾਂ ਨੂੰ ਹੋਰ ਕੁਝ ਨਾ ਹੋਵੇ ਤੇ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਨਾਲ ਹੀ ਨਜਿੱਠਣਾ ਪੈ ਰਿਹਾ ਇਸ ਵੇਲੇ ਵੀ ਘਰਾਂ ਦੇ ਵਿੱਚ ਜਿਹੜੀਆਂ ਇਹ ਲੜਾਈਆਂ ਕੁਟਾਪੇ ਜਿਹੜੇ ਆ ਉਹ ਚੱਲ ਰਹੇ ਆ ਜੀ। ਸੋ ਉਹਦੇ ਨਾਲ ਕਈ ਵਾਰੀ ਇਹ ਜਿਹੜੀਆਂ ਡੈਥਸ ਵੀ ਹੋ ਜਾਂਦੀਆਂ ਹਸਪੀਟਲਸ ਦੇ ਵਿੱਚ, ਤੇ ਜਿਹੜਾ ਆਮ ਆ ਫਿਰ ਲਿਜਾਣਾ ਪੈਂਦਾ। ਸੋ ਕਈ ਵਾਰੀ ਇਦਾਂ ਹੁੰਦਾ ਵੀ ਕੁੱਟ ਕਟਾਪਿਆਂ 'ਚ ਦੋ ਜੀ ਹੁੰਦੇ ਆ, ਬੱਚੇ ਹੁੰਦੇ ਆ, ਇੱਕ ਦੀ ਜਾਨ ਚਲੇ ਗਈ ਜਾਂ ਜ਼ਖਮੀ ਹੋ ਗਿਆ ਜਾਂ ਹੋ ਗਈ ਉਹ ਹਸਪੀਟਲ, ਤੇ ਜਿਹਨੇ ਜ਼ਖਮੀ ਕੀਤਾ ਜਾਂ ਮਾਰਿਆ ਉਹ ਜੇਲ੍ਹ 'ਚ, ਤੇ ਬੱਚਿਆਂ ਦਾ ਕੋਈ ਵਾਲੀ ਵਾਰਸ ਨਹੀਂ ਰਹਿ ਗਿਆ। ਸੋ ਇਸ ਕਰਕੇ ਇਹ ਹੈ ਜੀ ਵੀ ਹੁੰਦੀ ਤਾਂ ਸ਼ਾਇਦ ਕਿਤੇ ਇੱਕ ਪਲ ਦੀ ਹੀ ਗੱਲ ਹੈ, ਕਈ ਵਾਰ ਤੇ ਇਹ ਜਿਹੜੀ ਧੁਖਦੀ ਰਹਿੰਦੀ ਸੁਲਝਦੀ ਰਹਿੰਦੀ ਕਈ ਮਹੀਨੇ ਕਈ ਸਾਲ, ਤੇ ਕਿਤੇ ਨਾ ਕਿਤੇ ਜਾ ਕੇ ਭਾਂਬੜ ਬਣਦਾ। ਸੋ ਇਹ ਆਪਾਂ ਸਦਾ ਗੱਲ ਕਰਦੇ ਹਾਂ ਵੀ ਬਾਹਰੋਂ ਖੂਬਸੂਰਤ ਘਰ ਜਿਹੜੇ ਬੜੇ ਨਜ਼ਰ ਆਉਂਦੇ ਆ, ਉਹਦੇ ਅੰਦਰ ਰਹਿੰਦੇ ਜਿਹੜੇ ਲੋਕ ਆ ਉਹਨਾਂ ਦਾ ਜੇ ਮਨ ਕਲੇਸ਼ਾਂ ਦੇ ਨਾਲ ਧੁਖ ਰਿਹਾ, ਰੜ ਰਿਹਾ, ਤੇ ਜ਼ਰੂਰ ਇਸ ਤੇ ਵਿਚਾਰ ਕਰਨ ਦੀ ਲੋੜ ਹੈ ਜੀ। ਇੱਕ ਪਾਸੇ ਲੋਕਡਾਊਨ ਹੈ, ਦੂਜੇ ਪਾਸੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੋਰੋਨਾ ਦੇ ਕੇਸ ਜਿਹੜੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ। 68,000 ਟੈਸਟਿੰਗ ਦੇ ਵਿੱਚੋਂ 5.7% ਲੋਕ ਜਿਹੜੇ ਪੋਜ਼ਿਟਿਵ ਆਏ ਨੇ, 3328 ਕੇਸਿਸ, ਤੇ ਬ੍ਰੈਂਪਟਨ ਵਰਗੇ ਸ਼ਹਿਰ ਦੇ ਵਿੱਚ 4 ਮੌਤਾਂ ਹੋਈਆਂ। ਬਾਬੂ ਜੀ ਬਹੁਤ ਵੱਡਾ ਨੰਬਰ ਹੈ ਇਹ, ਬੜੀ ਚਿੰਤਾ ਦੀ ਗੱਲ ਹੈ। ਦੇਖੋ ਵੀ ਜਦੋਂ ਆਪਾਂ ਇਹ ਅਜੇ ਸ਼ੁਰੂ ਹੀ ਹੋਇਆ ਨਾ ਸਾਰਾ ਕੁਝ ਮਾਰਚ ਦੇ ਵਿੱਚ, ਤੇ ਮਈ 27 ਤੱਕ ਸਾਡੇ ਦੇਸ਼ ਦੇ ਵਿੱਚ ਕੈਨੇਡਾ 'ਚ 5,000 ਲੋਕਾਂ ਦੀ ਜਾਨ ਚਲੇ ਗਈ ਸੀਗੀ। ਫਿਰ 27 ਮਈ ਤੋਂ ਬਾਅਦ ਥੋੜ੍ਹੀ ਜਿਹੀ ਠੱਲ ਪਈ, ਤੇ 27 ਅਕਤੂਬਰ ਤੱਕ ਸੀਗੇ 5 ਮਹੀਨੇ। ਉਹ 5 ਮਹੀਨਿਆਂ ਦੇ ਦੌਰਾਨ ਕੈਨੇਡਾ 'ਚ 5,000 ਮੌਤਾਂ ਹੋਈਆਂ ਤੇ ਅੰਕੜਾ 10,000 ਨੂੰ ਪਾਰ ਕਰ ਗਿਆ 27 ਅਕਤੂਬਰ ਨੂੰ। ਹੁਣ ਭੈਣ ਭਰਾ ਹੈਰਾਨ ਹੋ ਜਾਣਗੇ ਕਿ 27 ਅਕਤੂਬਰ ਤੋਂ ਲੈ ਕੇ 27 ਦਸੰਬਰ ਤੱਕ 2 ਮਹੀਨੇ ਬਣੇ, ਮਹਿਜ਼ 2 ਮਹੀਨਿਆਂ ਦੇ ਵਿੱਚ 5,000 ਲੋਕਾਂ ਦੀ ਹੋਰ ਜਾਨ ਚਲੇ ਗਈ। ਸੋ ਕਿੱਥੇ ਕਿ 5 ਮਹੀਨਿਆਂ 'ਚ ਸਮਰ ਦੇ ਦੌਰਾਨ 5,000 ਲੋਕਾਂ ਦੀ ਡੈਥ ਹੋਈ ਪੇਸ਼ੈਂਟਸ ਦੀ, ਤੇ ਪਿਛਲੇ 2 ਮਹੀਨਿਆਂ ਦੇ ਵਿੱਚ ਹੀ 5,000 ਲੋਕਾਂ ਦੀ ਡੈਥ ਜਿਹੜੀ ਆ ਉਹ ਕੈਨੇਡਾ 'ਚ ਹੋ ਗਈ। ਸੋ ਉਸ ਲਿਹਾਜ਼ ਨਾਲ ਅਸੀਂ ਹੁਣ 15,000 ਦਾ ਅੰਕੜਾ ਜਿਹੜਾ ਜੀ ਪੀ ਉਹ ਪਾਰ ਕਰ ਚੁੱਕੇ ਹਾਂ। 4400 ਤੋਂ ਮੌਤਾਂ ਜਿਹੜੀਆਂ ਜ਼ਿਆਦਾ ਇੱਥੇ ਸਾਡੇ ਓਨਟਾਰੀਓ ਦੇ ਵਿੱਚ ਵੀ ਹੋ ਚੁੱਕੀਆਂ। ਬਰੈਂਪਟਨ ਦੇ ਵਿੱਚ ਡੈਥਸ ਜਿਹੜੀਆਂ ਜੀ 154 ਤੇ ਅੰਕੜਾ ਪਹੁੰਚ ਗਿਆ। 4 ਮੌਤਾਂ ਬਿਲਕੁਲ ਤੁਸੀਂ ਠੀਕ ਆਖ ਰਹੇ ਹੋ ਵੀ ਇਹ ਇਕੱਲੇ ਅਨਾਉਂਸ ਹੋਈਆਂ ਸੀਗੀਆਂ। ਸੋ ਉਸ ਲਿਹਾਜ਼ ਨਾਲ 1500 ਦੇ ਆਸ-ਪਾਸ, 1480 ਦੇ ਕਰੀਬ ਜਿਹੜੇ ਪੇਸ਼ੈਂਟ ਪੋਜ਼ਿਟਿਵ ਅਜੇ ਵੀ ਬਰੈਂਪਟਨ ਦੇ ਵਿੱਚ ਮੌਜੂਦ ਹੈਗੇ ਆ। 1000 ਦੇ ਕਰੀਬ ਜਿਹੜੇ ਪੇਸ਼ੈਂਟ ਐਕਟਿਵ ਆ ਉਹ ਮਿਸਿਸਾਗਾ ਦੇ ਵਿੱਚ ਹੈ। 135-40 ਦੇ ਕਰੀਬ ਜਿਹੜੇ ਪੇਸ਼ੈਂਟ ਆ ਜੀ ਉਹ ਕੈਲੇਡਨ ਸਿਟੀ ਦੇ ਵਿੱਚ ਵੀ ਹੈਗੇ ਆ। ਕੈਲੇਡਨ ਦੀ ਅੱਛੀ ਗੱਲ ਇਹੀ ਅਸੀਂ ਕਹਿ ਸਕਦੇ ਹਾਂ ਜੀ ਵੀ ਉੱਥੇ ਬਿਮਾਰ ਵੀ ਹੁੰਦੇ ਆ ਲੋਕ, ਕਰੋਨਾ ਵਾਇਰਸ ਨਾਲ ਠੀਕ ਵੀ ਹੋ ਜਾਂਦੇ ਆ। ਮੌਤਾਂ ਜਿਹੜੀਆਂ 2 ਦਾ ਅੰਕੜਾ ਕਾਫੀ ਮਹੀਨਿਆਂ ਤੋਂ ਉੱਥੇ ਟਿਕਿਆ ਹੋਇਆ, ਸੋ 2 ਮੌਤਾਂ ਹੀ ਹੁਣ ਤੱਕ, ਮੌਤਾਂ ਇੱਕ ਵੀ ਬਹੁਤ ਹੈ। ਸੋ 2 ਤੇ ਅੰਕੜਾ ਜਿਹੜਾ ਜੀ ਚਲੋ ਇਹ ਚੰਗੀ ਗੱਲ ਤਸੱਲੀ ਦੀ ਵੀ ਟਿਕਿਆ ਹੋਇਆ। ਪਰ ਬਰੈਂਪਟਨ ਦੇ ਵਿੱਚ ਇਹ ਮੌਤਾਂ ਦਾ ਅੰਕੜਾ ਪਿਛਲੇ 2-3 ਹਫ਼ਤਿਆਂ ਤੋਂ ਲਗਾਤਾਰ ਕਾਫੀ ਜੰਪ ਕੀਤਾ ਜੀ। ਜਾਂਦੇ ਨੋਟਬੰਦੀ ਦੀ ਗੱਲ ਕਰਦੀ ਹੈ ਕਿ ਕੈਨੇਡਾ ਵਿੱਚ ਵੀ ਨੋਟਬੰਦੀ ਹੋਈ ਆ। 1, 2, 500 ਤੇ 1000 ਦੇ ਨੋਟ ਹੁਣ ਨਹੀਂ ਚੱਲਣਗੇ ਜੀ। ਵੈਸੇ ਤੇ ਕੈਨੇਡਾ ਦੀ ਖੂਬਸੂਰਤੀ ਇਹ ਹੈ ਜੀ ਵੀ ਜਿਹੜਾ ਨੋਟ ਉਹਨਾਂ ਨੇ ਇੱਕ ਵਾਰੀ ਬਣਾਤਾ, ਜਿਹੜਾ ਸਿੱਕਾ ਇੱਕ ਵਾਰੀ ਉਹਨਾਂ ਨੇ ਬਣਾਤਾ ਨਾ, ਉਹ ਕਹਿੰਦੇ ਵੀ ਉਹਦੀ ਵੈਲਿਡਿਟੀ ਇਹ ਨਹੀਂਗਾ ਵੀ ਉਹਦੀ ਜਿਹੜੀ ਕੀਮਤ ਆ ਵੀ ਧਾਰਕ ਨੂੰ, ਬੀਅਰਡ ਨੂੰ, ਜਿਹਦੇ ਕੋਲ $1 ਦਾ ਨੋਟ ਆ, $2 ਦਾ ਨੋਟ ਆ, ਜਾਂ ਜਿਹੜਾ ਵੀ ਉਹਨਾਂ ਨੇ ਡਾਲਰ ਚੱਲਣਾ ਬੰਦ ਕੀਤਾ ਵੀ ਉਹਦੀ ਕੋਈ ਵੈਲਿਊ ਹੀ ਨਹੀਂ ਰਹੀ। ਨਹੀਂ, ਉਹ ਪੈਸੇ ਜਿਹੜੇ ਆ ਉਹ ਬੰਦੇ ਦੇ ਕਦੀ ਮਰਦੇ ਨਹੀਂਗੇ। ਪਰ ਹਾਂ ਇੰਨਾ ਆ ਵੀ ਹੁਣ ਕੱਲ ਤੋਂ ਬਾਅਦ ਜਾਨੀ ਸਟੋਰਾਂ ਵਿੱਚ ਨਹੀਂ ਇਹ $1-2 ਜਾਂ ਜਿੰਨੀ ਵੀ ਡਿਨੋਮੀਨੇਸ਼ਨ ਹੈਗੀ ਆ ਵੀ ਇਹਨਾਂ ਨੂੰ ਚਲਾਇਆ ਜਾ ਸਕਣਾ। ਜਿਹੜੇ ਭੈਣ ਭਰਾ ਹਜੇ ਵੀ ਉਹਨਾਂ ਨੂੰ ਚਲਾ ਨਹੀਂ ਸਕੇ ਜਾਂ ਬੈਂਕਾਂ ਨੂੰ ਮੋੜ ਨਹੀਂ ਸਕੇ, ਜਿਹੜਾ ਵੀ ਨੋਟ ਜਾਂ ਸਿੱਕਾ ਬੈਂਕ ਆਫ ਕੈਨੇਡਾ ਨੇ ਜਾਰੀ ਕੀਤਾ ਹਿਸਟਰੀ ਦੇ ਵਿੱਚ ਕਦੇ ਵੀ ਪਿੱਛੇ, ਤੇ ਜੇ ਉਹਦੇ ਪੈਸੇ ਜਿਹੜੇ ਆ ਜੀ ਵੀ ਕੱਲ ਨੂੰ ਉਹਨੂੰ ਨਵਾਂ ਕਰਾਉਣਾ ਚਾਹੁੰਦਾ ਹੋਵੇ ਵਿਅਕਤੀ, ਤੇ ਉਹ ਫਿਰ ਬੈਂਕ ਨੂੰ ਜਾਂ ਫਿਰ ਸਿੱਧਾ ਬੈਂਕ ਆਫ ਕੈਨੇਡਾ ਨੂੰ ਹੁਣ ਭੇਜਣਾ ਪਏਗਾ। ਸਟੋਰਾਂ ਦੇ ਵਿੱਚ ਜਿਹੜੇ ਪੁਰਾਣੇ ਨੋਟ ਨੇ ਜਿਨ੍ਹਾਂ ਦਾ ਤੁਸੀਂ ਹਵਾਲਾ ਦੇ ਰਹੇ ਹੋ, ਕਿਉਂਕਿ ਉਹਨਾਂ ਦੇ ਬਦਲੇ ਦੇ ਵਿੱਚ ਨਵੇਂ ਨੋਟ ਜਾਂ ਸਿੱਕੇ ਜਿਹੜੇ ਉਹ ਆ ਚੁੱਕੇ ਆ। ਸੋ ਇਹ ਪੁਰਾਣੇ ਨੋਟ ਹੁਣ ਨਹੀਂ ਚੱਲਣਗੇ ਸਟੋਰਾਂ 'ਚ ਜੀ। ਡਾਕਟਰ ਥੈਂਕ ਯੂ ਸੋ ਮਚ।
2020 ਬਹੁਤ ਚੈਲੰਜ ਭਰਿਆ ਰਿਹਾ। 2021 ਅਸੀਂ ਆਸ ਕਰਦੇ ਹਾਂ ਕਿ ਸਾਰਿਆਂ ਵਾਸਤੇ ਤੰਦਰੁਸਤੀ ਭਰਿਆ ਤੇ ਹੈਲਥੀ ਹੋਵੇ। ਅਸੀਂ ਇਹੀ ਪ੍ਰਮਾਤਮਾ ਦੇ ਚਰਨ ਅਰਦਾਸ ਕਰਦੇ ਹਾਂ। ਜੋਹਲ ਸਾਹਿਬ, ਅੰਤ ਵਿੱਚ ਆਪਣੇ ਵੱਲੋਂ ਇੱਕ ਦੋ ਸ਼ਬਦ ਜਿਹੜੇ ਲੋਕਾਂ ਨੂੰ ਕਹਿਣੇ ਚਾਹੀਦੇ। ਬਸ ਬਾਬੂ ਜੀ, ਮਿਹਰਬਾਨੀ ਤੁਹਾਡੀ ਕਿ ਤੁਸੀਂ ਇੰਨਾ ਭਰੋਸਾ ਰੱਖਿਆ ਇਸ ਸਾਰੇ ਸਾਲ ਦੇ ਦੌਰਾਨ। ਔਰ ਗੁਰਬਾਣੀ ਦਾ ਸਾਨੂੰ ਇਹ ਸੰਦੇਸ਼ ਆ ਵੀ ਅਸੀਂ ਅੱਜ ਵਿੱਚ ਜੀਣਾ, ਨਾ ਬੀਤੇ ਹੋਏ ਕੱਲ੍ਹ ਵਿੱਚ ਜੀਣਾ, ਨਾ ਆਉਣ ਵਾਲੇ ਕੱਲ੍ਹ ਵਿੱਚ ਜੀਣਾ। ਸੋ ਹੈਪੀ ਨਿਊ ਈਅਰ ਅਜੇ ਕੱਲ੍ਹ ਹੈ, ਅਸੀਂ ਅੱਜ ਵਿੱਚ ਜਿਉਣਾ। ਤੇ ਅੱਜ ਇਸ ਸਾਲ 2020 ਦਾ ਆਖਰੀ ਦਿਨ ਹੈ। ਇਹ 366 ਦਿਨ 4 ਸਾਲਾਂ ਬਾਅਦ ਆਉਂਦੇ ਆ, ਜਾਂ ਫਿਰ ਇਹ 2020 31 ਦਸੰਬਰ ਮੁੜ ਕੇ ਤਾਂ ਸਾਡੀਆਂ ਜ਼ਿੰਦਗੀਆਂ 'ਚ ਆਉਣਾ ਨਹੀਂ। ਤੇ ਆਓ ਇਸ ਅੱਜ ਨੂੰ ਮਾਣ ਲਈਏ। ਸੋ ਕੱਲ੍ਹ ਦਾ ਨਵਾਂ ਸਾਲ ਮੁਬਾਰਕ ਕਹਿੰਦੇ ਕਹਿੰਦੇ ਕਿਤੇ ਅੱਜ ਨੂੰ ਜੀਣਾ ਅਸੀਂ ਭੁੱਲ ਨਾ ਜਾਈਏ। ਸੋ ਆਪਣੇ ਜੀਵਨ ਨੂੰ ਅੱਜ ਵੀ ਅਸੀਂ ਖਾਸ ਤੌਰ 'ਤੇ ਜਿਹੜੇ ਕੈਨੇਡਾ ਆਏ ਹੋਏ ਲੋਕ ਆ, ਅਮਰਦੀਪ ਜੀ ਨਾਲ ਵੀ ਆਪਾਂ ਇਹੀ ਗੱਲ ਕਰ ਰਹੇ ਸੀ ਕਿ ਆਪਾਂ ਕਿਸੇ ਕੰਮ ਆਏ ਸੀ, ਕਿਸੇ ਮਿਸ਼ਨ ਕਰਕੇ ਆਏ ਸੀ ਕਿ ਸਾਡਾ ਜੀਵਨ ਬਿਹਤਰ ਹੋ ਜਾਵੇ। ਪਰ ਜੀਵਨ ਬਿਹਤਰ ਕਰਨ ਦਾ ਜੇ ਮੌਕਾ ਮਿਲਿਆ ਤੇ ਆਪਣੇ ਕਾਰੋਬਾਰ ਐਸਟੈਬਲਿਸ਼ ਕਰਕੇ ਜੇ ਅਸੀਂ ਹੋਰਨਾਂ ਨੂੰ ਲੁੱਟਣਾ ਹੀ ਸ਼ੁਰੂ ਕਰ ਦਿੱਤਾ ਤੇ ਇਹ ਕੰਮ ਤੇ ਅਸੀਂ ਉੱਥੇ ਹੀ ਕਰੀ ਜਾਂਦੇ ਜਿੱਥੋਂ ਅਸੀਂ ਆਏ ਹਾਂ। ਸੋ ਥੋੜ੍ਹਾ ਜਿਹਾ ਆਪਾਂ ਵਿਚਾਰਨ ਦੀ ਲੋੜ ਹੈ। ਜਿਹੜੇ ਭੈਣ ਭਰਾ ਆਪਾਂ ਵਿਚਾਰ ਕੇ ਇਸ ਮੁਲਕ ਨੂੰ ਵਧੀਆ ਰੱਖਣ ਤੇ ਵਧੀਆ ਬਣਾਉਣ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਪਾਉਣਗੇ, ਉਹਨਾਂ ਦਾ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਹਾਂ। ਤੇ ਜਿਹੜੇ ਇਸ ਤਰ੍ਹਾਂ ਕਰ ਰਹੇ ਜਾਂ ਰਹੀਆਂ ਹੋਣਗੇ, ਉਹਨਾਂ ਨੂੰ ਰੋਕਣ ਦਾ ਆਮ ਵਿਅਕਤੀ ਨੂੰ ਹੌਸਲਾ ਮਿਲੇ ਕਿ ਉਹ ਬੋਲੇ, ਚੁੱਪ ਨਾ ਰਵੇ। ਅਜਿਹੀ ਆਸ ਸਾਨੂੰ ਵੱਜਦੀ ਹੈ ਜੀ। ਥੈਂਕ ਯੂ ਸੋ ਮਚ। ਸਾਡੀ ਸ਼ੁਭ ਸ਼ਾਮ ਹਮੇਸ਼ਾ ਤੁਹਾਡੇ ਨਾਲ। ਥੈਂਕ ਯੂ ਜੀ ਬਾਬੂ ਜੀ, ਮਿਹਰਬਾਨੀ।